ਉਦੋਂ ਜਦੋਂ ਸ਼ੁਰੂ ਕੀਤੀ ਸੀ ਉਦੋਂ ਮਨ ਦੇ ਵਿੱਚ ਕਦੀ ਸੋਚਿਆ ਸੀ ਵੀ ਐਡਾ ਵੱਡਾ ਪ੍ਰੋਜੈਕਟ ਲੱਗ ਜਾਏਗਾ? ਨਹੀਂ, ਜਦੋਂ ਛੋਟੇ ਤੋਂ ਸ਼ੁਰੂ ਕੀਤਾ ਸੀਗਾ ਤੇ ਉਦੋਂ ਨਹੀਂ ਪਤਾ ਵੀ ਇਹ ਮਤਲਬ ਇੰਨਾ ਗਾੜੀ ਕੰਮ ਚੱਲ ਸਕਦਾ। ਅੱਛਾ, ਪਹਿਲਾਂ ਰਿਸ਼ਤੇਦਾਰਾਂ ਨੂੰ ਵੀ ਵੰਡੀ, ਘਰ ਵੀ ਰੱਖੀ, ਫਿਰ ਵੀ ਵੇਚ ਲਈ? ਫਿਰ ਵੇਚੀ ਉਹਦੇ ਜਿਹੜੀ ਵੇਚੀ ਉਹਦੇ 'ਚ ਪੈਸੇ ਚੰਗੇ ਬਣੇ ਨੇ, ਤਾਂ ਹੀ ਸੋਚ ਕੇ ਵੀ ਇਹ ਪਾਸੇ ਆ ਯਾਰ ਇਹ 'ਚ ਪੈਸੇ ਇੰਨੇ ਕੁ ਥਾਂ 'ਚ ਬਣ ਗਏ ਤੇ ਜੇ ਅਸੀਂ ਕਿੱਲੇ ਜਾਂ ਕਨਾਲਾਂ 'ਚ ਲਾਵਾਂਗੇ ਤੇ ਕਿੰਨੇ ਪੈਸੇ ਬਣਨਗੇ। ਹੁਣ ਕਿੰਨੇ ਕਿੱਲੇ ਦੇ ਵਿੱਚ ਇਹ ਜਿਹੜੀ ਖੇਤੀ ਕਰ ਰਹੇ ਹੋ ਤੁਸੀਂ? ਹਾਲੇ ਸਾਡੀ ਜਿਹੜੀ ਕੋਈ 25-30 ਏਕੜ ਦੇ ਵਿੱਚ ਹੁੰਦੀ ਆ। ਪੋਇਸਰ ਹੈਗਾ ਧੋਣ ਵਾਸਤੇ, ਇਹਨੂੰ ਹਲਦੀ ਜਦੋਂ ਬਾਹਰੋਂ ਖੇਤ 'ਚ ਪੁੱਟ ਕੇ ਲੈ ਕੇ ਆਉਂਦੇ ਆ, ਇਹਨੂੰ ਪਹਿਲਾਂ ਧੋਣਾ ਵਾ। ਧੋਣ ਵਾਸਤੇ ਇਹਦੇ ਵਿੱਚ ਸਲੋ ਚੱਕਰ ਤੇ ਚੱਲਦਾ ਵਾ। ਦੇਖੋ ਜਿਹੜਾ ਕਿਸਾਨ ਆ ਇਹਨੂੰ ਕੱਚੀ ਵੀ ਵੇਚ ਕੇ ਗਾੜੀ ਵੇਚ ਦਿੰਦਾ ਵਾ ਪਲਾਂਟਾਂ ਨੂੰ, ਜਦੋਂ ਪਲਾਂਟ ਲੱਗੇ ਸਾਰੇ ਖਰੀਦਦਾਰੀ ਕਰਦੇ ਆ ਤੇ ਉਹਨੂੰ ਮਤਲਬ ਕਿ 1.5 ਲੱਖ ਰੁਪਈਆ ਉਹਦੀ ਜੇਬ ਦੇ ਵਿੱਚ ਖਰਚੇ ਕੱਢ ਕੇ ਤੇ ਪੈ ਜਾਂਦਾ ਬੜਾ ਵਧੀਆ। ਇੱਕ ਕਿੱਲੇ ਪਿੱਛੇ? ਇੱਕ ਕਿੱਲੇ ਪਿੱਛੇ 8 ਮਹੀਨੇ 10 ਮਹੀਨੇ ਬਾਅਦ? 10 ਮਹੀਨੇ ਬਾਅਦ। ਤੇ ਜੇ ਤੁਸੀਂ ਇਹਨੂੰ ਪ੍ਰੋਸੈਸ ਕਰਕੇ ਵੇਚਦੇ ਹੋ ਤੇ ਇਹੋ ਹੀ ਤੁਹਾਡੀ ਜਿਹੜੀ ਉਹ 2.5 ਤੋਂ 3 ਲੱਖ ਦੀ ਜਿਹੜੀ ਗਾੜੀ ਬਣ ਜਾਂਦੀ ਹੈ। ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਹੋ, ਮੈਂ ਹਾਂ ਸੁਖਵਿੰਦਰ ਸਿੰਘ। ਬੇਸ਼ੱਕ ਅੱਜ ਸਾਡੇ ਕਿਸਾਨ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਆਪਣੇ ਹੱਕਾਂ ਦੀ ਜੰਗ ਲੜ ਰਹੇ ਨੇ ਤਾਂ ਬਹੁਤ ਸਾਰੇ ਵਿਰੋਧੀ ਉਹਨਾਂ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਖੜੇ ਕਰਦੇ ਨੇ, ਇੱਥੋਂ ਤੱਕ ਕਿ ਕਿਸਾਨਾਂ ਨੂੰ ਅਨਪੜ੍ਹ ਤੱਕ ਵੀ ਕਹਿ ਦਿੱਤਾ ਜਾਂਦਾ ਹੈ। ਪਰ ਅੱਜ ਜਿਸ ਕਿਸਾਨ ਦੇ ਨਾਲ ਤੁਹਾਡੀ ਮੈਂ ਮੁਲਾਕਾਤ ਕਰਵਾਉਣ ਜਾ ਰਿਹਾ ਹੈ ਉਹ ਕਿਸਾਨ ਅਗਾਂਹਵਧੂ ਕਿਸਾਨ ਹੈ ਔਰ ਬਹੁਤ ਸਾਰੇ ਅਵਾਰਡ ਵੀ ਉਹ ਖੇਤੀਬਾੜੀ ਨੂੰ ਲੈ ਕੇ ਜਿੱਤ ਚੁੱਕਿਆ ਹੈ। ਵੱਡੀ ਗੱਲ ਹੈ ਕਿ ਉਸ ਕਿਸਾਨ ਦੇ ਵੱਲੋਂ ਆਪਣੇ ਘਰ ਦੇ ਵਿੱਚ ਹੀ ਇੱਕ ਦੇਸੀ ਹਲਦੀ ਪਲਾਂਟ ਲਗਾਇਆ ਗਿਆ ਔਰ ਇੱਥੋਂ ਖੇਤਾਂ ਤੋਂ ਬੀਜਣ ਤੋਂ ਲੈ ਕੇ ਪੈਕਟਾਂ ਦੇ ਵਿੱਚ ਪੈਕ ਹੋਣ ਤੱਕ ਸਾਰਾ ਕੰਮ ਆਪਣੇ ਘਰ ਤੋਂ ਹੀ ਕਰ ਰਹੇ ਨੇ ਔਰ ਅੱਜ ਲੱਖਾਂ ਰੁਪਏ ਦਾ ਮੁਨਾਫਾ ਵੀ ਕਮਾ ਰਹੇ ਨੇ। ਤਸਵੀਰ ਇੱਕ ਵਾਰੀ ਮੈਂ ਤੁਹਾਨੂੰ ਉਸ ਹਲਦੀ ਪਲਾਂਟ ਦੀ ਦਿਖਾਉਣਾ ਚਾਹੂੰਗਾ। ਤੁਸੀਂ ਦੇਖ ਕੇ ਇਹ ਮਸ਼ੀਨਾਂ, ਇਹ ਦੇਸੀ ਤਰੀਕੇ ਦੇ ਲਗਾਏ ਹੋਏ ਢੋਲ ਜਿਨ੍ਹਾਂ ਦੇ ਵਿੱਚ ਸਾਰਾ ਇਹ ਪ੍ਰੋਸੈਸ ਹਲਦੀ ਬਣਾਉਣ ਦਾ ਚੱਲਦਾ ਹੈ, ਇਹ ਸਾਰਾ ਪ੍ਰੋਸੈਸ ਤੁਹਾਨੂੰ ਸਮਝਾਵਾਂਗੇ। ਪਰ ਪਹਿਲਾਂ ਇੱਕ ਵਾਰੀ ਇਹ ਤਸਵੀਰਾਂ ਜ਼ਰੂਰ ਦੇਖ ਲਓ। ਇੱਕ ਹਵੇਲੀ ਦੇ ਵਿੱਚ ਗਾਡਰਾਂ ਦੇ ਨਾਲ ਬੰਨ੍ਹ ਕੇ ਪੁਲੀਆਂ ਬੰਨੀਆਂ ਗਈਆਂ ਨੇ, ਇੱਕ ਬੋਇਲਰ, ਦੇਸੀ ਜਿਹਾ ਬੋਇਲਰ ਫਿੱਟ ਕੀਤਾ ਗਿਆ ਹੈ ਅੱਗ ਦੇ ਨਾਲ, ਜਿਸ ਨੂੰ ਚਲਾਇਆ ਜਾਂਦਾ। ਆਪਾਂ ਫੈਕਟਰੀਆਂ ਦੇ ਵਿੱਚ ਵੱਡੇ ਵੱਡੇ ਬੋਇਲਰਸ ਦੇਖਦੇ ਹਾਂ, ਬਿਜਲੀ ਦੇ ਨਾਲ ਚੱਲਣ ਵਾਲੇ ਬੋਇਲਰਸ ਦੇਖਦੇ ਹਾਂ, ਪਰ ਇੱਥੇ ਇੱਕ ਭੱਠੀ ਦੇ ਨਾਲ ਬੋਇਲਰ ਚਲਾਇਆ ਜਾਂਦਾ ਹੈ ਔਰ ਸਾਰੇ ਪ੍ਰੋਸੈਸ ਹੋਣ ਤੋਂ ਬਾਅਦ ਹਲਦੀ ਨੂੰ ਜਿਹੜਾ ਪੈਕਟਾਂ ਦੇ ਵਿੱਚ ਪੈਕ ਕਰਕੇ ਅੱਗੇ ਮਾਰਕੀਟ ਤੱਕ ਵੀ ਖੁਦ ਇੱਕ ਕਿਸਾਨ ਪਹੁੰਚਾਉਂਦੇ ਨੇ। ਜਾਣੀ ਕਿ ਜਿਹੜਾ ਵਿੱਚੋਂ ਵਿਚੋਲੀਆ ਹੈ ਉਸ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਸਿੱਧਾ ਮੁਨਾਫਾ ਗਾਹਕ ਨੂੰ ਔਰ ਆਪ ਕਮਾਉਣ ਦਾ ਇੱਕ ਯਤਨ ਕੀਤਾ ਔਰ ਇਸ ਦੇ ਵਿੱਚ ਕਾਮਯਾਬੀ ਵੀ ਹਾਸਲ ਕੀਤੀ ਹੈ। ਸਾਡੇ ਨਾਲ ਗੁਰਦਾਸਪੁਰ ਦੇ ਪਿੰਡ ਸੱਲੋਪੁਰ ਦੇ ਕਿਸਾਨ ਗੁਰਦਿਆਲ ਸਿੰਘ ਜੀ ਮੌਜੂਦ ਨੇ। ਸਰ ਪਹਿਲਾਂ ਸਵਾਗਤ ਹੈ ਜੀ, ਬਹੁਤ ਬਹੁਤ ਤੁਹਾਡਾ। ਸਤਿ ਸ਼੍ਰੀ ਅਕਾਲ, ਧੰਨਵਾਦ ਬਹੁਤ। ਗੁਰਦਿਆਲ ਸਿੰਘ ਜੀ, ਹਵੇਲੀ ਦੇ ਵਿੱਚ ਇਹ ਪਲਾਂਟ ਲਗਾ ਦਿੱਤਾ ਹੈ ਤੁਸੀਂ ਹਲਦੀ ਦਾ। ਖੇਤਾਂ 'ਚ ਹਲਦੀ ਬੀਜਦੇ ਵੀ ਆਪ ਹੋ, ਪ੍ਰੋਸੈਸ ਵੀ ਆਪ ਕਰਦੇ ਹੋ, ਪੈਕਟਾਂ 'ਚ ਬੰਦ ਵੀ ਆਪ ਕਰਦੇ ਹੋ ਔਰ ਵੇਚਦੇ ਵੀ ਆਪ ਹੋ। ਇਹ ਆਈਡੀਆ ਕਿੱਥੋਂ ਆਇਆ ਸੀ ਪਹਿਲਾਂ? ਇਹ ਮੈਂ ਪਹਿਲਾਂ ਆਪਣੇ ਘਰ ਵਾਸਤੇ ਥੋੜੀ ਹਲਦੀ ਲਾਉਂਦਾ ਸੀ ਤੇ ਉਤੋਂ ਜਦੋਂ ਮਤਲਬ ਥੋੜੀ ਜ਼ਿਆਦਾ ਲੱਗ ਗਈ ਤਾਂ ਆਪਣੇ ਵੇਚੀ ਤੇ ਮੈਨੂੰ ਉਹਦੇ 'ਚ ਪੈਸੇ ਚੰਗੇ ਬੰਦੇ ਲੱਭੇ। ਉਤੋਂ ਮੈਂ ਸੋਚਿਆ ਵੀ ਇਹ ਥੋੜੇ ਜਿਹੇ ਥਾਂ 'ਚ ਇੰਨੇ ਪੈਸੇ ਬੰਦੇ 'ਚ ਕਿਉਂ ਨਾ ਥੋੜੀ ਜਾਰੀ ਲਾ ਕੇ ਦੇਖੀਏ। ਮੈਂ ਇੱਕ ਨਾਲ ਦੇ ਵਿੱਚ ਮੈਨੂੰ ਖੇਤੀਬਾੜੀ ਵਿਭਾਗ ਵੱਲੋਂ ਆਤਮਾ ਤੋਂ ਕੋਈ ਬੀਜ ਮਿਲਿਆ, ਇੱਕ ਨਾਲ ਜਗ੍ਹਾ ਲਾਈ, ਇੱਕ ਤੋਂ ਗਾੜੀ 2 ਹੋ ਗਈ, 2 ਤੋਂ 4, 4 ਤੋਂ ਕਰਦੇ ਕਰਦੇ ਕਿੱਲੇ ਤੇ ਆਏ ਤੇ ਫਿਰ ਸਾਨੂੰ ਥੋੜੀ ਹੱਥੀਂ ਮਿਹਨਤ ਕੋਈ ਜ਼ਿਆਦਾ ਕਰਨੀ ਪੈਣ ਲੱਗੀ। ਇਹਦੇ ਵਿੱਚ ਮਿਹਨਤ ਜ਼ਿਆਦਾ ਕਰਨੀ, ਹੱਥੀਂ ਲੇਬਰ ਦੀ ਬਹੁਤ ਲੋੜ ਪੈਂਦੀ ਸੀਗੀ। ਫਿਰ ਮੈਂ ਸੋਚਿਆ ਕਿ ਸਾਨੂੰ ਕੋਈ ਛੋਟਾ ਜਿਹਾ ਕੋਈ ਪਲਾਂਟ ਮਿਲ ਜਾਏ, ਕੋਈ ਮਸ਼ੀਨਾਂ ਮਿਲ ਜਾਏ ਜਿਹੜੀ ਜਲਦੀ ਪ੍ਰੋਸੈਸ ਹੋ ਜਾਏ। ਫਿਰ ਅਸੀਂ ਬਾਗਬਾਨੀ ਵਿਭਾਗ ਨੇ ਸਾਡੇ 'ਚ ਹੈਲਪ ਕੀਤੀ ਤੇ ਸਾਨੂੰ ਇੱਕ ਇਹ ਪਲਾਂਟ ਲਵਾ ਕੇ ਦਿੱਤਾ ਜਿਹੜਾ ਇਹਦੇ ਵਿੱਚ ਜਿਹੜੀ ਸਾਨੂੰ ਗਾਈਡਨੈਸ ਜਿਹੜੀ ਤਕਰੀਬਨ ਸਾਰੀ ਉਹਨਾਂ ਨੇ ਯੂਨੀਵਰਸਿਟੀ PHU ਲੁਧਿਆਣਾ ਕ੍ਰਿਸ਼ੀ ਵਿਗਿਆਨ ਕੇਂਦਰ ਗੁਰਦਾਸਪੁਰ ਨੇ ਸਾਨੂੰ ਪ੍ਰੋਵਾਈਡ ਕਰਵਾਈ ਆ ਤੇ ਇਹਦੇ ਵਿੱਚ ਸਬਸਿਡੀ ਸਾਨੂੰ ਜਿਹੜੀ ਇਹ ਖੇਤੀ ਆਪਣੇ ਬਾਗਬਾਨੀ ਵਿਭਾਗ ਵੱਲੋਂ ਸਾਨੂੰ ਦਿੱਤੀ ਗਈ ਜਿਹਦੇ ਉੱਤੇ ਇਹ ਪ੍ਰੋਜੈਕਟ ਅਸੀਂ ਜਿਹੜਾ ਤਿਆਰ ਕੀਤਾ ਸੀ। ਇਹਦੇ ਵਿੱਚ ਪ੍ਰੋਜੈਕਟ ਚਾਹੂੰਗਾ, ਪਹਿਲਾਂ ਮੈਂ ਥੋੜਾ ਜਿਹਾ ਪਿੱਛੇ ਜਾਣਾ ਚਾਹੂੰਗਾ ਵੀ ਕਿੰਨੇ ਜਿਹੜੀ ਜ਼ਮੀਨ ਤੋਂ ਸ਼ੁਰੂ ਕੀਤੀ ਸੀਗੀ ਔਰ ਉਦੋਂ ਜਦੋਂ ਸ਼ੁਰੂ ਕੀਤੀ ਸੀ ਉਦੋਂ ਮਨ ਦੇ ਵਿੱਚ ਕਦੀ ਸੋਚਿਆ ਸੀ ਵੀ ਐਡਾ ਵੱਡਾ ਪ੍ਰੋਜੈਕਟ ਲੱਗ ਜਾਏਗਾ? ਨਹੀਂ, ਜਦੋਂ ਛੋਟੇ ਤੋਂ ਸ਼ੁਰੂ ਕੀਤਾ ਸੀਗਾ ਤੇ ਉਦੋਂ ਨਹੀਂ ਪਤਾ ਵੀ ਇਹ ਮਤਲਬ ਇੰਨਾ ਗਾੜੀ ਕੰਮ ਚੱਲ ਸਕਦਾ। ਅਸੀਂ ਸਿਰਫ ਇਹ ਕਿੱਲੇ 2 ਕਿੱਲੇ ਤੱਕ ਸੀਮਿਤ ਸੀ ਕਿ ਸਾਡਾ 2 ਕਿੱਲੇ ਤੱਕ ਇਹਨੇ ਬੜਾ ਵਧੀਆ ਹਿਸਾਬ ਦੇਣਾ ਕਰਨਾ ਤੇ ਉਨੀ ਕਹੀਂ ਆਪਣੇ ਘਰੇ ਬਹਿ ਕੇ ਵੇਚ ਦੇਣੀ ਕਰਨੀ, ਸਾਨੂੰ ਕਿਤੇ ਜਾਣ ਦੀ ਲੋੜ ਨਹੀਂ ਪੈਣੀ। ਪਰ ਜਿਉਂ ਸਾਡਾ ਉਹ ਕੰਮ ਵੱਧਦਾ ਚਲਾ ਗਿਆ, ਸਾਡੀ ਡਿਮਾਂਡ ਵੱਧਦੀ ਚਲ ਗਈ ਤੇ ਸਾਨੂੰ ਵੀ ਲਾਲਸਾ ਹੋ ਗਈ ਵੀ ਅਸੀਂ ਗਾੜੀ ਹੋਰ ਬਚਾ ਲਈ, ਆਪੂ ਲਾਉਂਦੇ ਤਾਂ ਦੂਜੇ ਕਿਸਾਨਾਂ ਨੂੰ ਲਵਾਉਣੀ ਸ਼ੁਰੂ ਕਰ ਦਿੱਤੀ। ਇਸ ਤਰ੍ਹਾਂ ਲਗਾਤਾਰ ਜਿਹੜਾ ਸਿਲਸਿਲਾ ਹੈ ਗਾੜੀ ਤੋਂ ਗਾੜੀ ਚੱਲਦਾ ਵੱਧਦਾ ਚਲਾ ਗਿਆ। ਜਦੋਂ ਪਹਿਲੀ ਵਾਰੀ ਲਾਈ ਉਦੋਂ ਫਿਰ ਕਿੰਨੀ ਕੁ ਲਾਈ ਸੀਗੀ ਆਪਣੇ ਘਰ ਦੇ ਖਾਣ ਵਾਸਤੇ? ਉਦੋਂ ਕੋਈ 4 ਮਰਲੇ ਲਾਈ ਸੀਗੀ, 4 ਮਰਲੇ ਤੋਂ ਵੀ ਮਤਲਬ ਕਾਫੀ ਵਿੱਚ ਨਿਕਲੀ ਸੀਗੀ। ਆਪਣੇ ਘਰ ਰੱਖ ਕੇ ਰਿਸ਼ਤੇਦਾਰਾਂ ਨੂੰ ਵੰਡ ਕੇ ਫਿਰ ਵੀ ਉਹ ਜਿਹੜੀ ਵੇਚੀ ਤੇ ਮੈਨੂੰ ਉਹ 'ਚ ਚੰਗੇ ਪੈਸੇ ਬੰਦੇ ਲੱਭੇ ਵਿੱਚ। ਅੱਛਾ ਜੀ, ਅੱਛਾ, ਪਹਿਲਾਂ ਰਿਸ਼ਤੇਦਾਰਾਂ ਨੂੰ ਵੀ ਵੰਡੀ, ਘਰ ਵੀ ਰੱਖੀ, ਫਿਰ ਵੀ ਵੇਚ ਲਈ? ਫਿਰ ਵੇਚੀ ਉਹਦੇ ਜਿਹੜੀ ਵੇਚੀ ਉਹਦੇ 'ਚ ਪੈਸੇ ਚੰਗੇ ਬਣੇ ਨੇ, ਤਾਂ ਹੀ ਸੋਚ ਕੇ ਵੀ ਇਹ ਪਾਸੇ ਆ ਯਾਰ ਇਹ 'ਚ ਪੈਸੇ ਇੰਨੇ ਕੁ ਥਾਂ 'ਚ ਬਣ ਗਏ
ਤੇ ਜੇ ਅਸੀਂ ਕਿੱਲੇ ਜਾਂ ਜਾਂ ਕਨਾਲਾਂ ਚ ਲਾਵਾਂਗੇ ਤੇ ਕਿੰਨੇ ਪੈਸੇ ਬਣਨਗੇ। ਸੋ ਹਰ ਸਾਲ ਹੀ ਫਿਰ ਥੋੜ੍ਹਾ ਥੋੜ੍ਹਾ ਰਕਬਾ ਬਣਾਏ, ਕਨਾਲ ਕੀਤਾ, ਕਨਾਲ ਤੋਂ 2 ਕਨਾਲ, 2 ਕਨਾਲ ਤੋਂ ਅਗਲੇ ਸਾਲ 4 ਕਨਾਲ ਕਰਤਾ, 4 ਕਨਾਲ ਤੋਂ ਗਾੜੀ ਕਿੱਲਾ ਕਰਤਾ। ਫਿਰ ਉਹ ਕਰਦੇ ਕਰਦੇ ਫਿਰ ਵਧੀਆ ਕੰਮ ਜਿਹੜਾ ਗਾੜੀ ਤੋਂ ਗਾੜੀ ਚੱਲਣਾ ਪਿਆ। ਹੁਣ ਕਿੰਨੇ ਕਿੱਲੇ ਦੇ ਵਿੱਚ ਇਹ ਜਿਹੜੀ ਖੇਤੀ ਕਰ ਰਹੇ ਹੋ ਤੁਸੀਂ? ਇਹ ਹਾਲੇ ਸਾਡੀ ਜਿਹੜੀ ਕੋਈ 25-30 ਏਕੜ ਦੇ ਵਿੱਚ ਹੁੰਦੀ ਆ, ਜਿਸ 'ਚ 10-12 ਏਕੜ ਜਿਹੜੀ ਮੇਰੀ ਆਪਣੀ ਹੁੰਦੀ, ਕੋਈ ਬਾਕੀ ਦੂਜੇ ਫਾਰਮਰ ਤੋਂ ਲਵਾ ਕੇ ਜਿਹੜੀ ਅਸੀਂ ਪ੍ਰੋਸੈਸ ਸਾਰੀ ਕਰਦੇ ਹਾਂ। ਇਹ ਤਕਰੀਬਨ ਸਾਡੀ ਸਾਲ ਦੇ ਵਿੱਚ ਜਿੰਨੀ ਸਾਡੀ ਤਿਆਰ ਕੀਤੀ ਸਾਡੀ ਨਿਕਲ ਜਾਂਦੀ ਆ। ਸਾਰੀ ਵਿਕ ਜਾਂਦੀ? ਸਾਰੀ ਵਿੱਚ ਜਿੱਦਾਂ ਡਿਮਾਂਡ ਆਉਂਦੀ ਹੈ ਗਾੜੀ ਹੋਰ ਵੱਧਦੀ ਜਾਂਦੀ ਤੋਂ ਉਦੋਂ ਸਾਡਾ ਰਕਬਾ ਗਾੜੀ ਵੱਧਦਾ ਚੱਲ ਜਾਂਦਾ। ਅੱਛਾ, ਜਿਵੇਂ ਜਦੋਂ ਇੱਕ ਤਾਂ ਬੰਦਾ ਪਹਿਲਾਂ ਘਰ ਦੇ ਖਾਣ ਵਾਸਤੇ ਬੀਜਦਾ ਹੈ, ਉਦੋਂ ਤੱਕ ਤਾਂ ਬੰਦਾ ਚਲੋ ਠੀਕ ਹੈ, ਘਰ ਦਾ ਵੀ ਕਹਿੰਦੇ ਵੀ ਠੀਕ ਹੈ ਚਲੋ ਘਰ ਦੀ ਫਸਲ ਹੋ ਜੂਗੀ, ਉਹਦੇ ਵਿੱਚੋਂ ਆਪਾਂ ਵਰਤ ਲਾਂਗੇ, ਕੁਝ ਰਿਸ਼ਤੇਦਾਰ ਵੀ ਜਿਵੇਂ ਤੁਸੀਂ ਕਿਹਾ ਲੈ ਜਾਣਗੇ। ਫਿਰ ਜਦੋਂ ਰਕਬਾ ਵਧਾਇਆ ਉਦੋਂ ਘਰਦਿਆਂ ਦਾ ਕੀ ਰਿਸਪੌਂਸ ਸੀ? ਉਹਨਾਂ ਨੇ ਰੋਕਿਆ ਨਹੀਂ ਵੀ ਇਹ ਕਿਹੜੇ ਚੱਕਰ 'ਚ ਪੈ ਗਏ ਆ, ਇਹ ਫਸਲ, ਇਹ ਤਾਂ ਨਵੀਂ ਫਸਲ ਆਪਾਂ ਬੀਜਣੀ ਸ਼ੁਰੂ ਕਰ ਦਿੱਤੀ? ਨਹੀਂ ਦੇਖੋ, ਜ਼ਿਆਦਾ ਨਹੀਂ ਵਧਾਇਆ, ਕਨਾਲ ਵਧਾਇਆ ਕਿ ਇੰਨੇ ਕੋਈ ਗੱਲ ਨਹੀਂ। ਸਾਡੇ ਜ਼ਿਮੀਂਦਾਰ ਹੀ ਆਪ ਹੱਥੀਂ ਕੰਮ ਕਰਨ ਵਾਲੇ ਸੀਗੇ ਤੇ ਉਹਦੀ ਗੋਡੀਆਂ ਵੀ ਆਪ ਕੀਤੀਆਂ, ਸਾਰਾ ਕੁਝ ਕਰਕੇ ਆਪ ਤਿਆਰ ਕੀਤੀ ਸੀਗੀ। ਤੇ ਜਦੋਂ ਇਹਨਾਂ ਨੇ ਪਤਾ ਸੀ ਵੀ ਇਹ ਕਿ ਥੋੜੀ ਜਿਹੀ ਵੇਚੀ ਜਾਂਦੇ ਪੈਸੇ ਬਣੇ ਆ ਤੇ ਗਾੜੀ ਕਨਾਲ ਥਾਂ ਦੀ ਵੇਚਣੀ ਆ ਤੇ ਸਾਨੂੰ ਸਾਡੀ ਜੇਬ 'ਚ ਕੀ ਪੈਣ ਵਾਲਾ, ਉਹ ਸਾਰਿਆਂ ਨੂੰ ਜੀ ਲੱਭਦੀ ਸੀ। ਅੱਛਾ ਗੁਰਦਿਆਲ ਸਿੰਘ ਜੀ, ਆਪਾਂ ਸਿਸਟਮ ਪੂਰਾ ਸਮਝਣਾ ਚਾਹਾਂਗੇ, ਜਿਹੜੀਆਂ ਮਸ਼ੀਨਾਂ ਲਗਾਈਆਂ ਨੇ। ਅੱਛਾ, ਮਸ਼ੀਨਾਂ ਤਾਂ ਮੈਨੂੰ ਦੇਸੀ ਜਿਹੀਆਂ ਲੱਗ ਰਹੀਆਂ ਨੇ ਸਾਰੀਆਂ। ਆ ਬਿਲਕੁਲ, ਇਹ ਕੋਈ ਐਡੀਆਂ ਖਾਸ ਨਹੀਂ ਗਈਆਂ, ਛੋਟੀ ਤੇ ਆਪਣੇ ਆ ਜਿਹੜੇ ਹੱਲਾਂ ਸੁਹਾਗੇ ਬਣਾਉਣ ਵਾਲੇ ਉਹਨਾਂ ਕੋਲੋਂ ਤਿਆਰ ਕਰਵਾਈਆਂ ਵਾ। ਤੇ ਕੋਈ ਜ਼ਿਆਦੀਆਂ ਮਹਿੰਗੀਆਂ ਮਸ਼ੀਨਾਂ ਵੀ ਨਹੀਂ ਸੀਗੀਆਂ ਉਸ ਟਾਈਮ, ਪਰ ਫਿਰ ਵੀ ਇਹ ਨਵੀਂ ਟੈਕਨੀਕ ਸੀਗੀ। ਥੋੜ੍ਹੀ ਜਿਹੀ ਵਿੱਚ ਦਿੱਕਤ ਆਉਣ ਵਾਲੀ ਤੇ ਦੂਜੇ ਪਾਸਿਓਂ ਦਿਖਾਲ ਕੇ ਉਹਨਾਂ ਨੂੰ ਤੇ ਫਿਰ ਜਾ ਕੇ ਉਹਨਾਂ ਨੇ ਤਿਆਰ ਕਰਵਾਈਆਂ ਸੀਗੀਆਂ। ਪ੍ਰੋਸੈਸ ਦੱਸੋ ਇੱਕ ਵਾਰੀ ਮੈਨੂੰ, ਕਿਵੇਂ ਚੱਲਦਾ ਹੈ ਪੂਰਾ ਪ੍ਰੋਸੈਸ? ਇਹ ਨਾ ਬੋਇਸਰ ਹੈਗਾ ਧੋਣ ਵਾਸਤੇ। ਇਹਨੂੰ ਹਲਦੀ ਜਦੋਂ ਬਾਹਰੋਂ ਖੇਤ 'ਚ ਪੁੱਟ ਕੇ ਲੈ ਕੇ ਆਉਂਦੇ ਆ ਤੇ ਇਹਨੂੰ ਪਹਿਲਾਂ ਧੋਣਾ ਵਾ। ਧੋਣ ਵਾਸਤੇ ਇਹਦੇ ਵਿੱਚ ਸਲੋ ਚੱਕਰ ਤੇ ਚੱਲਦਾ ਵਾ। ਇਹ 'ਚ ਬਰਮ ਬਣਿਆ ਵਾ, ਉਹ ਬਰਮ ਚੁੱਕ ਕੇ ਹਲਦੀ ਨੂੰ ਅੱਗੇ ਤੋਂ ਅੱਗੇ ਕਰੀ ਚੱਲ ਜਾਂਦਾ, ਉਸ 'ਚ ਪਾਣੀ ਪੈਂਦਾ ਵਾ। ਇੱਧਰ ਗੰਦਾ ਪਾਣੀ ਪਿੱਛੇ ਡਿੱਗੀ ਜਾਂਦਾ ਵਾ, ਇੱਧਰੋਂ ਹਲਦੀ ਪਾਉਣੀ ਆ, ਧੋ ਕੇ ਤੇ ਸਾਰੀ ਅੱਗੇ ਚੱਲ ਜਾਂਦੀ ਆ। ਅੱਗੇ ਜਾ ਕੇ ਤੇ ਇਹ ਟੋਕਰੀ ਜਿਹੜੀ ਆ ਲੱਗੀ ਦੀ, ਇਹ ਟੋਕਰੀ ਵਿੱਚ ਹਲਦੀ ਆ ਜਾਂਦੀ ਸਾਰੀ। ਇਹ ਜਿਹੜਾ ਧੋਣ ਦਾ ਪ੍ਰੋਸੈਸ ਹੈ ਫਿਰ ਕਿੰਨੇ ਮਿੰਟ ਦਾ ਪ੍ਰੋਸੈਸ ਹੁੰਦਾ ਹੈ? ਇਹ ਤਕਰੀਬਨ 15 ਕੁ ਮਿੰਟ ਦੇ ਵਿੱਚ 4-5 ਕੁਇੰਟਲ ਹਲਦੀ ਜਿਹੜੀ ਧੋ ਦਿੰਦਾ ਵਾ। ਅੱਛਾ ਜੀ। ਮਤਲਬ ਕਿ ਉਧਰੋਂ ਬੋਇਲ ਕਰਨ ਤੋਂ ਗੇਤੇ ਧੋ ਕੇ ਇਹਨੂੰ ਬੰਦ ਕਰ ਦਈਦਾ ਵਾ, ਥੋੜਾ ਜਿਹਾ ਚਲਾ ਕੇ ਇਹਨੂੰ ਬਾਅਦ ਚ ਬੰਦ ਕਰ ਦਈਦਾ। ਇਹ ਧੋਤੀ ਜਾਂਦੀ, ਧੋਣ ਤੋਂ ਬਾਅਦ ਇਹਨੂੰ ਚੈਨ ਪੂਲ ਨਾਲ ਚੁੱਕਣਾ ਵਾ, ਚੁੱਕ ਕੇ ਤੇ ਲਿਆ ਕੇ ਤੇ ਬੋਇਲਰ ਦੇ ਵਿੱਚ ਇਹਨੂੰ ਪਾ ਦੇਣਾ ਵਾ। ਅੱਛਾ ਜੀ। ਬੋਇਲਰ 'ਚ ਪਾ ਦੇਣਾ, ਬੋਇਲਰ ਵਿੱਚ ਪਾ ਕੇ ਤੇ ਥੱਲੇ ਇਹਦੀ ਅੱਗ ਬਾਲ ਦੇਣੀ ਆ। ਇਹ ਤਕਰੀਬਨ ਪਹਿਲਾਂ ਕੋਈ ਅੱਧਾ ਘੰਟਾ ਲੱਗਦਾ ਵਾ, 20 ਮਿੰਟ 25 ਮਿੰਟ ਲੱਗਦੇ। ਜਦੋਂ ਇੱਕ ਵਾਰ ਗਰਮ ਹੋ ਜਾਂਦੀ ਫਿਰ ਥੋੜਾ ਜਲਦੀ ਜਿਹੜੀ ਅਗਲੀ ਪ੍ਰੋਸੈਸ ਹੋ ਜਾਂਦਾ ਵਾ। ਜਿਵੇਂ ਆਪਾਂ ਹੁਣ ਵੀ ਇਹਦੇ ਵਿੱਚ ਬਾਈ ਜੀ ਅੱਗ ਲਗਾ ਰਹੇ ਸੀਗੇ, ਇਹਦੇ ਵਿੱਚ ਆਪਾਂ ਹਲਦੀ ਪਾਈ ਹੈ, ਇਹਨੂੰ ਥੋੜਾ ਟਾਈਮ ਲੱਗੂਗਾ ਸ਼ੁਰੂ ਚਾਲੂ ਹੁੰਦੇ? ਹਾਂ, ਪਹਿਲਾਂ ਜਦੋਂ ਗਰਮ ਕਰਦੇ ਥੋੜਾ ਟਾਈਮ ਲੱਗਦਾ, ਜਦੋਂ ਤਿਆਰ ਇੱਕ ਵਾਰ ਗਰਮ ਹੋ ਜਾਂਦਾ ਫਿਰ ਜਲਦੀ ਗਾੜੀ ਹੋ ਚੱਲ ਜਾਂਦੀ ਆ। ਤੇ ਜਦੋਂ ਇਹਦਾ ਟੈਂਪਰੇਚਰ ਜਿੰਨਾ ਦੇਣਾ ਵਾ ਉਹ ਤੇ 20 ਪੁਆਇੰਟ ਤੱਕ ਦੇਈਦਾ ਵਾ, ਜਾਂ 2 ਪੁਆਇੰਟ ਤੱਕ ਦੇਣਾ ਵਾ। ਉਹ ਜੇ ਟੈਂਪਰੇਚਰ ਪੂਰਾ ਹੋ ਗਿਆ ਸਟੀਮ ਇਹਦੀ ਕੱਢ ਕੇ ਤੇ ਫਿਰ ਇਹਨੂੰ ਚੁੱਕ ਕੇ ਤੇ ਉਹ ਅੱਗੇ ਲੈ ਜਾਣਾ, ਅਗਲੀ ਮਸ਼ੀਨ ਕੋਲ ਲੈ ਜਾਣਾ, ਉੱਥੇ ਢੇਰੀ ਕਰ ਦੇਣੀ ਆ। ਉਹ ਮਸ਼ੀਨ ਚਲਾ ਦੇਣੀ ਜਾ ਕੇ। ਤਾਂ ਇਹ ਬੋਇਲਰ ਹੈ, ਇੱਥੋਂ ਜਦੋਂ ਧੋਤੀ ਜਾਂਦੀ ਹੈ ਉਸ ਤੋਂ ਬਾਅਦ ਇਸ ਟੋਕਰੀ ਦੇ ਵਿੱਚ ਜਿਹੜਾ ਹਲਦੀ ਆ ਜਾਂਦੀ ਹੈ ਧੋਣ ਤੋਂ ਬਾਅਦ, ਔਰ ਜਿਹੜੀਆਂ ਚੈਨ ਪੁਲੀਆਂ ਤੁਸੀਂ ਦੇਖ ਰਹੇ ਹੋ ਇਹਦੇ ਨਾਲ ਹੀ ਇਹਨੂੰ ਚੁੱਕ ਕੇ ਇਸ ਬੋਇਲਰ ਦੇ ਵਿੱਚ ਪਾ ਦਿੱਤਾ ਜਾਂਦਾ ਹੈ। ਇਹ ਬੋਇਲਰ ਦੇ ਵਿੱਚ ਫਿਰ ਕਿੰਨੀ ਕੁ ਦੇਰ ਰੱਖਣੀ ਪੈਂਦੀ ਹੈ? ਇਹਦੇ ਵਿੱਚ ਤਕਰੀਬਨ ਕੋਈ 20 ਮਿੰਟ ਲੱਗਦੇ ਆ, 15-20 ਮਿੰਟ ਦੇ ਵਿੱਚ ਤਿਆਰ। ਪਹਿਲੀ ਵਾਰ ਲੱਗਦਾ ਟਾਈਮ, ਦੂਜੀ ਵਾਰ 20 ਮਿੰਟ ਦੇ ਵਿੱਚ ਤਿਆਰ ਹੋ ਜਾਂਦੀ ਆ। 20 ਮਿੰਟ ਤਿਆਰ, ਮੁੜ ਕੇ ਇਹਦੀ ਏਅਰ ਕੱਢ ਕੇ ਵਿੱਚੋਂ ਤੇ ਇਹਨੂੰ ਫਿਰ ਚੁੱਕ ਲੈਣਾ, ਚੁੱਕ ਕੇ ਤੇ ਲਿਆ ਕੇ ਇੱਥੇ ਇਹਨੂੰ ਢੇਰੀ ਕਰ ਦੇਣਾ ਵਾ। ਇਹ ਐਲੀਵੇਟਰ ਆ, ਇਹ ਮਸ਼ੀਨ ਚਲਾਉਣੀ, ਚੁੱਕ ਕੇ ਸਾਤੇ ਲੈ ਜਾਣੀ। ਇੱਕ ਅੱਧੀ ਥੱਲੇ ਦੀ ਉੱਪਰ ਲੱਗੀ ਮਸ਼ੀਨ ਹੈ, ਉੱਪਰ ਚਲ ਜਾਣੀ ਆ। ਇੱਕ ਬੰਦਾ ਇੱਥੇ ਹੋਣਾ, 2-3 ਜਾਣੇ ਉੱਤੇ ਹੋਣੇ ਨਾ, ਇਧਰੋਂ ਥੱਲੇ ਗਾਂਹ ਵਿੱਚ ਪਾਈ ਜਾਣੀ, ਉੱਪਰੋਂ ਉਹਨੇ ਚੁੱਕ ਕੇ ਪਿੱਛੇ ਖਿਲਾਰੀ ਜਾਣੀ ਆ। ਉੱਪਰ ਜਿਹੜੀ ਉਹ ਸੁੱਕਣੇ ਪਾ ਦੇਣੀ, ਖਿਲਾਰ ਦੇਣੀ ਆ। ਤਕਰੀਬਨ 5 ਤੋਂ 6 ਦਿਨ, 7 ਦਿਨ ਵੀ ਲੱਗ ਜਾਣ, ਧੁੱਪਾਂ ਮਾਰੀ 7 ਦਿਨ ਤੱਕ ਵੀ ਸੁੱਕ ਜਾਂਦੀ ਆ। ਸੁੱਕਣ ਤੋਂ ਬਾਅਦ ਫਿਰ ਉਹ ਥੱਲੇ ਲਾ ਲੈਂਦੇ ਆ। ਥੱਲੇ ਲਾ ਕੇ ਤੇ ਫਿਰ ਉਹ ਇਹ ਪੋਲਸਰ ਇੱਕ ਇਹ ਡਰਮ ਪਿਆ ਵਾ, ਇੱਕ ਬਾਹਰ ਮੇਰੇ ਤੋਂ ਪਿਆ। ਇਹ ਤਸਵੀਰ ਮੈਂ ਤੁਹਾਨੂੰ ਦੱਸਦਾ, ਇੱਕ ਤਸਵੀਰ ਹਰੀ ਜਿਹੜੀ ਸੰਤਰੀ ਰੰਗ ਦੀ ਮਸ਼ੀਨ ਦੇ ਵਿੱਚ ਤੁਸੀਂ ਹਲਦੀ ਦੇਖ ਰਹੇ ਹੋ, ਉਹਦੇ ਵਿੱਚ ਹਲਦੀ ਪਾਈ ਆ। ਉਹਦਾ ਕੰਮ ਕੀ ਆ ਉਸ ਮਸ਼ੀਨ ਦਾ? ਉਹਦਾ ਕੰਮ ਆ ਕਿ ਉਹਦੇ ਸਿਲਕਾ ਲਾ ਦੇਣਾ। ਮਸ਼ੀਨ ਜਿਹੜੀ ਗੱਠੀ ਦੇ ਉੱਤੇ ਸਿਲਕਾ ਲੱਗਿਆ ਨਹੀਂ, ਜਿਹੜੀ ਗੰਦੀ ਸੇਲਵਾ, ਕਾਲੀ ਸੇਲਵਾ ਲਾ ਕੇ ਤੇ ਬਿਲਕੁਲ ਗੱਠੀ ਨੂੰ ਸਾਫ਼ ਕਰ ਦੇਣਾ ਵਿੱਚੋਂ। ਉਹਨੇ ਸਾਫ਼ ਕਰਕੇ ਉਹਦੀ ਕੁਆਲਿਟੀ ਵਧੀਆ ਬਣਦੀ, ਪਿਓਰਟੀ ਬਣ ਜਾਂਦੀ ਆ। ਤੇ ਉਹ ਫਿਰ ਜਿਹੜੀ ਸਾਫ਼ ਕੀਤੀ ਗੱਠੀ ਫਿਰ ਉਹ ਤਿਆਰ ਹੋ ਕੇ ਤੇ ਫਿਰ ਗ੍ਰਾਈਂਡ ਕਰਨ ਵਾਸਤੇ ਇੱਧਰ ਆ ਜਾਂਦੀ ਆ। ਅੱਛਾ, ਉਹਦੇ ਵਿੱਚ ਫਿਰ ਕਿੰਨਾ ਟਾਈਮ ਲੱਗਦਾ ਜੀ ਉਹਨੂੰ? ਉਹਦੇ ਵਿੱਚ ਤਕਰੀਬਨ 20 ਮਿੰਟ ਲੱਗਦੇ ਆ, ਉਹਨੂੰ ਵੀ ਕਰਦੇ ਆ। 20 ਮਿੰਟ ਦੇ ਵਿੱਚ ਉੱਥੇ ਤਿਆਰ ਹੋ ਜਾਂਦੀ ਆ। ਤੇ ਤਿਆਰ ਕਰਨ ਤੋਂ ਬਾਅਦ ਨੂੰ ਸਾਫ਼ ਕਰਕੇ ਤੇ ਫਿਰ ਇੱਥੇ ਆ ਜਾਂਦੀ ਹੈ, ਇਹ ਗ੍ਰਾਈਂਡਰ ਵਾ। ਤਾਂ ਇਹ ਸਾਰਾ ਪ੍ਰੋਸੈਸ ਜਿਵੇਂ ਬੋਇਲਰ ਤੋਂ ਬਾਅਦ ਉਸ ਮਸ਼ੀਨ ਦੇ ਵਿੱਚ ਜਾਂਦੀ ਹੈ, ਤੁਸੀਂ ਜਿਸ ਮਸ਼ੀਨ ਦੇ ਵਿੱਚ ਦੇਖ ਰਹੇ ਹੋ ਉਹਦੇ ਵਿੱਚ ਇਹਦਾ ਛਿਲਕਾ ਲਾ ਦਿੰਦੀ ਹੈ ਮਸ਼ੀਨ ਆਟੋਮੈਟਿਕਲੀ। ਔਰ ਜਦੋਂ ਛਿਲਕਾ ਲਾਦਾ ਉਸ ਤੋਂ ਬਾਅਦ ਫਿਰ ਇਸ ਮਸ਼ੀਨ ਦੇ ਵਿੱਚ ਆਖਰੀ ਪ੍ਰੋਸੈਸ ਇੱਥੇ ਪਹੁੰਚਦਾ। ਹਾਂ, ਇੱਥੇ ਨਾ ਇਹਦੇ ਵਿੱਚ ਪਹਿਲਾਂ ਇੱਕ ਵਾਰ ਚੂਰੀ ਬਣਦੀ, ਦੂਜੀ ਵਾਰ ਦਾ ਪਾਊਡਰ ਬਣਦਾ ਵਾ। ਪਹਿਲਾਂ ਥੋੜੀ ਮੋਟੀ ਜਲ ਲਾਉਣੀ ਹੁੰਦੀ, ਦੂਜੀ ਵਾਰੀ ਬਰੀਕ ਜਲ ਲਾ ਕੇ ਇਹਦਾ ਬਿਲਕੁਲ ਪਾਊਡਰ ਬਣਾ ਕੇ ਇੱਧਰੋਂ ਹਲਦੀ ਪਾਉਣੀ ਆ। ਉਹ ਸਾਰੀ ਤਿਆਰ ਹੋ ਕੇ ਤੇ ਅੱਗੇ ਉਹ
ਬੋਰੇ ਦੇ ਵਿੱਚ ਆ ਜਾਂਦੀ ਆ। ਫਿਰ ਇੱਥੇ ਨੂੰ ਚੁੱਕ ਕੇ ਤੇ ਘਰ ਜਾ ਕੇ ਤੇ ਉੱਥੇ ਰੂਮ ਬਣਾਏ ਆ, ਉਹਦੇ 'ਚ ਜਾ ਕੇ ਪੈਕ ਕਰਨ ਵਾਸਤੇ, ਪੈਕ ਕਰਕੇ ਉਹਦੀ ਲੈਬਲਿੰਗ ਵਗੈਰਾ ਕਰਕੇ ਜਿਹੜੀ ਵੇਚਣ ਵਾਸਤੇ ਹਲਦੀ ਤਿਆਰ ਹੋ ਜਾਂਦੀ ਹੈ। ਅੱਛਾ, ਫਿਰ ਲੇਬਲ ਵੀ ਫਿਰ ਤੁਸੀਂ ਆਪਣਾ ਹੀ ਬਣਾਇਆ ਹੋਊਗਾ? ਹਾਂ, ਲੈਬਲ ਅਸੀਂ ਆਪਣਾ ਬ੍ਰਾਂਡ ਨੇਮ ਰੱਖਿਆ ਜੀ ਗ੍ਰੀਨ ਗੋਲਡ ਦਾ, ਉਹਦੇ ਕਰਕੇ ਤੇ ਉਹਦੇ ਸਾਰੀ ਉਹਨੇ ਕਰਕੇ ਪੈਕ ਕਰਕੇ ਉਹਨੇ ਭੇਜੀ ਦੀ ਹੈ। ਅੱਛਾ ਗੁਰਦਿਆਲ ਸਿੰਘ ਜੀ, ਕਿੰਨੀ ਕੁ ਜਿਹੜੀ ਹੈ ਇੱਕ ਕਿੱਲੇ ਦੇ ਵਿੱਚ ਹਲਦੀ ਜਿਹੜੀ ਹੈ ਨਿਕਲ ਆਉਂਦੀ ਹੈ? ਇਹ ਕੱਚੀ ਹਲਦੀ ਜਿਹੜੀ ਕਿੱਲੇ ਦੇ ਵਿੱਚੋਂ ਕੋਈ 125 ਕੁਆਂਟਲ ਨਿਕਲ ਜਾਂਦੀ ਆ। ਇਹ ਜਿਹੜੀ ਆ ਮਤਲਬ 100 ਕੁਆਂਟਲ ਦੇ ਵਿੱਚੋਂ ਤਕਰੀਬਨ ਇਹ 17 ਕੁ ਕੁਆਂਟਲ, ਜੇ 100 ਕੁਆਂਟਲ ਦੀ ਮਤਲਬ 17 ਕੁ ਕੁਆਂਟਲ, 15 ਤੋਂ 17 ਕੁਆਂਟਲ ਇਹਦਾ ਪਾਊਡਰ ਮਿਲਦਾ ਵਾ। ਜਿੱਦਾਂ ਕਿੱਲੇ ਦੇ ਵਿੱਚੋਂ ਤਕਰੀਬਨ ਇਹ ਸਾਨੂੰ ਕੋਈ 22-23 ਕੁਆਂਟਲ ਪਾਊਡਰ ਜਿਹੜਾ ਮਿਲ ਜਾਂਦਾ ਵਾ। ਅੱਛਾ, ਔਰ 1 ਕੁਆਂਟਲ ਦੀ ਕਿੰਨੀ ਕੀਮਤ ਹੈਗੀ ਹੈ? 1 ਕੁਆਂਟਲ ਜਿੱਦਾਂ ਕਿ ਅਸੀਂ ਆਪ ਵੇਚੀਏ ਤੇ ਸਾਨੂੰ ਉਹ ਤਕਰੀਬਨ 20,000 ਰੁਪਏ ਮੰਨ ਕੇ ਚੱਲੀਏ, 20,000 ਰੁਪਏ ਕੁਆਂਟਲ ਜਿਹੜਾ ਉਹਨੂੰ ਵੇਚ ਸਕਦੇ ਆ। ਤੇ ਤੁਸੀਂ ਹਿਸਾਬ ਲਾ ਲਓ ਵੀ ਬਾਕੀ 22-23 ਕੁਆਂਟਲ ਦੇ ਕਿੰਨੇ ਪੈਸੇ ਬਣ ਜਾਂਦੇ ਆ। ਤੇ ਜੇ ਅਸੀਂ ਕਿਸੇ ਨੂੰ ਦੇਣੀ ਆ ਗਾੜੀ ਕਿ ਆਪਣੇ ਗਾਹਕ ਨੂੰ, ਹੋਰ ਕਿਸੇ ਬੰਦੇ ਨੂੰ ਗਾੜੀ ਦੇਣ ਦੇ ਵਿੱਚੋਂ, ਤੇ ਉਹਨੂੰ ਵਿੱਚੋਂ ਕੁਝ ਨਾ ਕੁਝ ਤੁਹਾਨੂੰ ਮਾਰਜਨ ਦੇਣਾ ਪੈਣਾ। ਕੋਈ 10-20 ਰੁਪਏ ਕਿਲੋ ਪਿੱਛੇ ਉਹਨੂੰ ਦੇਣੇ ਪੈਣੇ ਆ, ਕੋਈ 2-3 ਹਜ਼ਾਰ ਰੁਪਈਆ ਉਹਨੂੰ ਕੁਆਂਟਲ ਤੱਕ ਦਿਓਗੇ ਤੇ ਫੇਰ ਹੀ ਉਹਨੇ ਵੀ ਗਾੜੀ ਵੇਚਣੀ ਆ। ਤੇ ਇਦਾਂ ਕਿ ਸਾਡੇ ਕੋਲ ਤੇ ਸਾਡੇ ਇੱਕ ਗਰੁੱਪ ਬਣੇ ਦੇ ਆ ਜੀ, ਤੇ ਸਾਡੇ ਜਿੱਥੇ ਇੱਥੇ ਫਾਰਮਰ ਸਾਡੇ ਮੈਂਬਰ ਸਾਡੇ ਹੈਗੇ ਆ, ਸਾਰੇ ਸਾਡੇ ਉਹ ਸੇਲਮੈਨ ਹੀ ਸਮਝੋ, ਉੱਥੇ ਉਹਨਾਂ ਕੋਲ ਹਲਦੀ ਪਈ ਹੁੰਦੀ ਆ ਗਾੜੀ, ਉਹ ਸਾਰੇ ਹਲਦੀ ਸਪਲਾਈ ਜਿਹੜੇ ਕਰਦੇ ਗਾੜੀ ਤੋਂ ਗਾੜੀ। ਅੱਛਾ, ਫਿਰ ਇਹ ਜਿਹੜੀ ਮਾਰਕੀਟਿੰਗ ਤੁਸੀਂ ਆਪਣੇ ਹੱਥੀਂ ਖੁਦ ਹੀ ਕਰ ਰਹੇ ਹੋ, ਆਪਣਾ ਰੇਟ ਰੱਖਿਆ ਸਾਰਾ ਕੁਝ? ਹਾਂ, ਮਾਰਕੀਟਿੰਗ ਸਾਰੀ ਖੁਦ ਅਸੀਂ ਆਪ ਕਰਦੇ ਹਾਂ। ਅੱਛਾ, ਇੱਕ ਗੱਲ ਦੱਸਿਓ, ਤੁਹਾਡੀ ਹਲਦੀ ਔਰ ਆਮ ਜਿੱਦਾਂ ਮਾਰਕੀਟ ਦੇ ਵਿੱਚ ਆਪਾਂ ਕਿਸੇ ਦੇ ਉੱਤੇ ਸਵਾਲ ਨਹੀਂ ਖੜੇ ਕਰਦੇ, ਪਰ ਫਿਰ ਵੀ ਇੱਕ ਤੁਸੀਂ ਜਿਹੜਾ ਇੱਥੇ ਪ੍ਰੋਡਕਟ ਤਿਆਰ ਕਰ ਰਹੇ ਹੋ ਬਿਲਕੁਲ ਦੇਸੀ ਜਿਹੀਆਂ ਮਸ਼ੀਨਾਂ ਦੇ ਨਾਲ, ਦੇਸੀ ਤਰੀਕੇ ਨਾਲ ਤਿਆਰ ਕਰ ਰਹੇ ਹੋ, ਆਰਗੈਨਿਕ ਹੈ ਇਹਦੇ ਵਿੱਚ, ਔਰ ਅੱਗੇ ਜਿਹੜੀ ਆਪਾਂ ਮਾਰਕੀਟ ਦੇ ਵਿੱਚ ਖਰੀਦਦੇ ਆ, ਇਹ ਬੜਾ ਲੋਕਾਂ ਦੇ ਮਨਾਂ ਦੇ ਵਿੱਚ, ਬੀਬੀਆਂ ਦੇ ਮਨਾਂ ਵਿੱਚ ਸਵਾਲ ਹੁੰਦਾ ਵੀ ਜੇ ਤਾਂ ਮਾਰਕੀਟ ਦੀ ਹਲਦੀ ਹੈ ਉਹ ਵੱਧ ਪਾਉਣੀ ਪੈਂਦੀ ਹੈ, ਜਿਹੜੀ ਘਰ ਦੀ ਹਲਦੀ ਕਈ ਵਾਰ ਕਹਿੰਦੇ ਉਹ ਚੁਟਕੀ ਪਾਓ, ਉਹਦੇ ਨਾਲ ਸਰ ਜਾਂਦਾ, ਸਬਜ਼ੀ ਦੇ ਵਿੱਚ ਟੇਸਟ ਆ ਜਾਂਦਾ। ਦੇਖੋ, ਜਿਹੜੀ ਬਾਜ਼ਾਰ ਦੇ ਵਿੱਚ ਆਉਂਦੀ ਉਹਦੇ ਬਾਰੇ ਕੋਈ ਕਹਿ ਨਹੀਂ ਸਕਦੇ ਅਸੀਂ, ਉਹਦੇ 'ਚ ਮਿਲਾਵਟ ਬਹੁਤ ਜ਼ਿਆਦਾ ਹੁੰਦੀ ਆ। ਨੰਬਰ ਜਿਹੜੀ ਬਾਜ਼ਾਰੋਂ ਤੁਸੀਂ ਗੱਠੀ ਲੈ ਕੇ ਆਪਣੇ ਸਾਹਮਣੇ ਪੀਂਦੇ, ਗੱਠੀ 'ਚੋਂ ਤੇਲ ਕੱਢਿਆ ਹੁੰਦਾ ਵਾ। ਜਿਹੜੀ ਇਹ ਸਾਡੀ ਗੱਠੀ ਹੈ, ਹਲਦੀ 'ਚ ਤੇਲ ਨਹੀਂ ਕੱਢਦੇ, ਇਹਦੀ ਤੇ ਉਹਦਾ ਜ਼ਮੀਨ 'ਚ ਪਾਉਣ ਦਾ ਫਰਕ ਵਾ। ਇੱਕ ਪੈਕਟ ਇਹ ਤੇ ਇੱਕ ਪੈਕਟ ਉਹ ਲੈ ਕੇ ਦੇਖ ਲਓ, ਉਹਦੇ ਵਿੱਚੋਂ ਕਦੀ ਤੇਲ ਨਹੀਂ ਆਉਂਦਾ, ਬਾਹਰ ਨਿਕਲੇਗਾ। ਸਾਡੀ ਜਿਹੜੀ ਹਲਦੀ 1 ਮਹੀਨਾ ਇੱਕ ਥਾਂ ਪਈ ਰਹੀ, 10 ਦਿਨ 20 ਦਿਨ ਪਈ ਰਹੀ, ਤੇ ਤੇਲ ਛਿਮ ਕੇ ਬਾਹਰ ਆਉਣਾ ਸ਼ੁਰੂ ਹੋ ਜਾਏਗਾ। ਇਹਦੇ ਵਿੱਚ ਤੇਲ ਦੀ ਮਾਤਰਾ ਬਹੁਤ ਹੁੰਦੀ ਆ, ਤੇਲ ਦੀ ਸਾਰੀ ਕੁਆਲਿਟੀ ਦਾ ਟੇਸਟ ਹੁੰਦਾ। ਉਹ ਜਿਹੜੀ ਦੂਸਰੀ ਹਲਦੀ ਆ ਉਹ ਤੇ 2 ਚਮਚੇ ਪੈਂਦੀ, ਅੱਧੇ ਚਮਚੇ ਨਹੀਂ ਪੈਂਦੀ ਇਹਦੇ। ਇਹ ਫਿਰ ਇਹਦੀ ਜਿਹੜੀ ਫਸਲ ਹੈ, ਫਸਲ ਕਿਵੇਂ ਸਾਂਭ ਸੰਭਾਲ ਹੁੰਦੀ ਹੈ, ਇਹਦੀ ਕਦੋਂ ਬੀਜੀ ਜਾਂਦੀ ਹੈ, ਔਰ ਕਿਸ ਤਰੀਕੇ ਦੀ ਤੁਹਾਨੂੰ ਸਾਰੀ ਤਿਆਰੀ ਕਰਨੀ ਪੈਂਦੀ ਹੈ? ਫਸਲ ਇਹਦੀ ਜਿਹੜੀ ਹੈ ਤਕਰੀਬਨ 10 ਕੁ ਮਹੀਨੇ ਦੀ ਫਸਲ ਇਹਦੀ ਬਣਦੀ ਆ। ਇਹਨੂੰ ਮੈਂ ਤੇ ਜ਼ਿਆਦਾ ਕਿਸਾਨਾਂ ਨੂੰ ਸਲਾਹ ਦਿੰਦਾ ਕਿ ਤੁਸੀਂ ਕਣਕ ਵੱਢ ਕੇ ਬੀਜੋ, ਕਣਕ ਵੱਢ ਕੇ ਬੀਜੋ। ਜਿਹੜੇ ਮਈ ਦੇ ਵਿੱਚ ਇਹਦੀ ਅਪ੍ਰੈਲ ਮਈ ਦੇ ਵਿੱਚ ਬਿਜਾਈ ਹੋ ਜਾਂਦੀ ਆ, ਤੇ ਇਹ ਤਕਰੀਬਨ ਫਰਵਰੀ ਲਾਸਟ ਤੁਹਾਡੀ ਪੁਟਾਉਣ ਨੂੰ ਤਿਆਰ ਹੋ ਜਾਂਦੀ ਹਲਦੀ। ਇਹਨੂੰ ਕੋਈ ਜ਼ਿਆਦਾ ਕੁਝ ਨਹੀਂ ਕਰਨ ਦੀ ਜ਼ਰੂਰਤ। ਜਿੱਦਾਂ ਕਣਕ ਦੇ ਵਿੱਚ ਤੁਸੀਂ ਤੂੜੀ ਬਣਾ ਲਈ, ਨਾੜ ਦੀ ਆਪਣੀ ਤੂੜੀ ਬਣਾ ਲਈ ਆ, ਤੂੜੀ ਬਣਾਉਣ ਤੋਂ ਬਾਅਦ ਉਹ 2-3 ਵਾਰੀ ਚੰਗੀ ਤਰ੍ਹਾਂ ਰੋਟਾਵੇਟਰ ਨਾਲ ਉਹ ਦੂਜੀ ਮਸ਼ੀਨਾਂ ਨਾਲ ਵਾਹ ਕੇ ਤਿਆਰ ਕਰ ਲਓ। ਉਹਨੂੰ ਤੁਸੀਂ ਸੁੱਕੇ ਵਿੱਚ ਹੀ ਲਾ ਸਕਦੇ ਹੋ। ਲਾਉਣ ਬਾਅਦ ਤੁਸੀਂ ਜਿਹੜਾ ਆਲੂ ਵਾਲੀ ਮਸ਼ੀਨ ਲਾਉਣ ਵਾਲੀ ਹੈਗੀ ਆ, ਉਹਨਾਂ ਵੀ ਲਾ ਕੇ ਪਲਾਂਟਰ ਨਾਲ ਲਾ ਸਕਦੇ ਹੋ। ਜੇ ਤੁਹਾਡੇ ਕੋਲ ਨਹੀਂ ਵੀ, ਜਾਂ ਗੰਨੇ ਵਾਲਾ ਰੇਜਰ ਨਾਲ ਵੀ ਲੱਗ ਜਾਂਦੀ ਆ। ਇਹਨਾਂ ਨਾਲ ਲਾ ਕੇ ਉਹਨੂੰ ਮਗਰੋਂ ਜਿਹੜਾ 24 ਘੰਟੇ ਦੇ ਵਿੱਚ ਪਾਣੀ ਜ਼ਰੂਰ ਲਾਉਣਾ, ਪਹਿਲਾਂ ਪਾਣੀ, ਉਦੋਂ ਪਾਣੀ ਪਹਿਲਾਂ ਲੇਟ ਨਾ ਕਰੋ। ਇਹਦੇ ਵਿੱਚ ਜ਼ਿਆਦਾ ਕੋਈ ਹੋਰ ਲੋੜ ਨਹੀਂ ਹੁੰਦੀ। ਜਿੱਦਾਂ ਖਾਦਾਂ ਵਿੱਚ ਜੇ ਤੁਹਾਡੇ ਕੋਲ ਦੇਸੀ ਖਾਦ ਹੈਗੀ ਆ, ਢੇਰ ਹੈਗਾ ਵਾ, ਤੇ ਤੁਸੀਂ 5 ਤੋਂ 8 ਟਰਾਲੀਆਂ ਕਿੱਲੇ ਦੀਆਂ ਪੈ ਜਾਂਦੇ, ਬਹੁਤ ਵਧੀਆ ਚੀਜ਼, ਹੋਰ ਤੁਹਾਨੂੰ ਪਾਉਣ ਦੀ ਕੋਈ ਲੋੜ ਨਹੀਂ ਪੈਂਦੀ। ਜੇ ਤੁਹਾਡੇ ਕੋਲ ਨਹੀਂ ਆ, ਤੁਸੀਂ ਕੋਈ ਰਸਾਇਣਿਕ ਖਾਦ ਪਾਉਣੀ ਆ, ਤੇ ਫਿਰ ਤੁਸੀਂ ਉਹਦੇ ਵਿੱਚ 1 ਬੋਰਾ DAP ਤੇ 1 ਬੋਰਾ ਪੋਟਾਸ਼ ਦਾ ਜਿਹੜਾ ਪਾ ਸਕਦੇ ਹੋ ਬਿਜਾਈ ਵੇਲੇ। ਤੇ ਬਾਕੀ ਜਿਹੜੀ ਯੂਰੀਆ ਵਾ, ਤੁਸੀਂ ਜਦੋਂ 60 ਕੁ ਦਿਨ ਦੀ ਫਸਲ ਹੋ ਜਾਂਦੀ ਹੈ, ਉਦੋਂ ਤੁਸੀਂ ਇਹ 'ਤੇ ਪਾਉਣੀ ਤਕਰੀਬਨ 30 ਕੁ ਕਿਲੋ ਤੇ ਯੂਰੀਆ ਪਾਉਣੀ ਆ। ਜਦੋਂ 80 ਕੁ ਦਿਨ ਦੀ ਹੁੰਦੀ, ਫਿਰ ਤੁਸੀਂ ਇਹ 'ਤੇ 35 ਕੁ ਕਿਲੋ ਫਿਰ ਯੂਰੀਆ ਫਿਰ ਪਾ ਦਿਓ। 2 ਵਾਰ ਯੂਰੀਆ ਲਓ, ਬਹੁਤੀ ਲੋੜ ਨਹੀਂ ਪੈਂਦੀ। ਤੇ ਇਹਨਾਂ ਅੱਗੇ ਵਧੀਆ ਤਰੀਕੇ, ਸਿਰਫ ਇੱਕ ਨਦੀਨਾਂ ਦਾ ਖਿਆਲ ਰੱਖਣਾ ਪੈਂਦਾ ਵਾ, ਵਿੱਚ ਨਦੀਨਾਂ ਜ਼ਿਆਦਾ ਹੋਣ। ਜੇ ਤੁਸੀਂ ਕੈਮੀਕਲ ਵਾਲੀ ਕਰਨੀ ਆ, ਤੇ ਉਹਦੇ ਬਾਅਦ ਸਪਰੇਆਂ ਵੀ ਹੈਗੀਆਂ ਵਾ, ਸਪਰੇਆਂ ਕਰਕੇ ਤੁਸੀਂ ਨਦੀਨਾਂ ਨੂੰ ਕੰਟਰੋਲ ਕਰ ਸਕਦੇ ਹੋ। ਤੇ ਜੇ ਤੁਸੀਂ ਕੈਮੀਕਲ ਨਹੀਂ ਕਰਨੀ ਖੇਤੀ, ਤੇ ਤੁਸੀਂ ਦੂਜੀ ਕਰਨੀ, ਤੇ ਇੱਥੇ ਮਲਚਿੰਗ ਕਰ ਸਕਦੇ ਹੋ। ਜਿੱਦਾਂ ਕਿ ਝੋਨੇ ਦੀ ਪਰਾਲੀ ਜਾਂ ਕਣਕ ਦਾ ਨਾੜ ਉੱਤੇ ਉਹਦੇ ਖਿਲਾਰ ਕੇ, ਇੱਦਾਂ ਤੁਸੀਂ ਮਲਚ ਕਰਕੇ ਤੁਹਾਡੇ ਇੱਕ ਪਾਣੀ ਦੀ ਸੇਵਿੰਗ ਹੋਏਗੀ, ਤੇ ਦੂਜਾ ਤੁਹਾਡਾ ਨਦੀਨਾਂ ਦੀ ਇਹਦਾ ਕੰਟਰੋਲ ਵਧੀਆ ਤਰੀਕੇ ਨਾਲ ਹੋ ਜਾਂਦਾ। ਦੂਜੀ ਗੱਲ ਆ, ਜਿੱਦਾਂ ਕਿ ਜਿਹੜੀ ਰੇਜਰ ਨਾਲ ਲਾਈ ਹੁੰਦੀ ਹੈ, ਗੰਨਿਆਂ ਰੇਜਰ ਨਾਲ ਆਲੂ ਵਾਲੇ ਪਲਾਂਟਰ ਨਾਲ ਲਾਈ ਦੀ ਆ। ਤੇ ਮੈਂ ਕਈ ਕਿਸਾਨ ਭਰਾਵਾਂ ਨੂੰ ਵੀ ਸਲਾਹ ਦਿੰਦਾ ਕਿ ਜਿਹੜੀ ਤੁਸੀਂ ਬਿਜਾਈ ਕਰਦੇ ਹੋ, ਇੱਕ ਸਿਰੇ ਤੋਂ ਪੂਰੇ ਝਾੜ ਜੋੜ ਲਓ, ਦੂਜੇ ਪਾਸੇ 'ਤੇ ਇੱਕ ਥੋੜ੍ਹਾ ਥਾਂ ਟਰੈਕਟਰ ਮੁੜ ਜਾ ਕੇ ਖਾਲੀ ਛੱਡ ਲਓ। ਤੁਸੀਂ ਉਹਦੇ ਵਿੱਚੋਂ ਮਤਲਬ ਉਹਦਾ ਗੋਡੀ ਉਹਦਾ ਤੁਸੀਂ ਟਰੈਕਟਰ ਨਾਲ ਕਰ ਸਕਦੇ ਹੋ। ਟਰੈਕਟਰ ਤੁਹਾਡਾ ਉੱਥੇ ਆ ਜਾ ਸਕਣਾ ਚਾਹੀਦਾ ਵਾ। ਉਹਦਾ ਗੋਡੀ ਵੀ ਕਰ ਸਕਦੇ ਹੋ, ਮਿੱਟੀ ਵੀ ਚਾੜ ਸਕਦੇ ਹੋ। ਤੁਹਾਨੂੰ ਕੋਈ ਉੱਥੇ ਸਪਰੇਅ ਕਰਨ ਦੀ ਲੋੜ ਨਹੀਂ ਪੈਣੀ, ਕੋਈ ਕੁਛ ਨਹੀਂ ਪੈਂਦਾ। ਜਦੋਂ ਵਿੱਚ ਕੱਖ ਨਦੀਨ ਹੋ ਜਾਂਦਾ ਵਾ, ਤੁਸੀਂ ਚੁੱਪ ਕਰਕੇ ਤਰਫਾਲੀ ਗੰਨੇ ਵਾਲੀ ਪਾਓ, ਉਹਦੇ ਵਿੱਚ ਤਰਫਾਲੀ ਮਾਰ ਲਓ। ਉਹ ਤੋਂ 4 ਦਿਨ ਹਟ ਕੇ ਮੁੜ ਕੇ ਰੇਜਰ ਮਾਰ ਦਿਓ। ਉਹ ਜਿਹੜੀ ਸਾਰੀ ਤੁਹਾਡਾ ਘਾਹ ਨਦੀ ਸਾਰੇ ਨਸ਼ਟ ਹੋ, ਉਹਨਾਂ ਤਰਫਾਲੀ ਨਾਲ ਜਿਹੜੀ ਹੋ ਜਾਂਦੀ ਆ।
ਇਹਦਾ ਬਹੁਤ ਕੰਟਰੋਲ ਹੋ ਜਾਂਦਾ। ਜਿਵੇਂ ਇਹ ਸਾਰਾ ਪ੍ਰੋਸੈਸ ਵੀ ਤੁਸੀਂ ਦੱਸਿਆ ਹੈ ਵੀ ਹਲਦੀ ਖੁਦ ਇਹਨੂੰ ਅੱਗੇ ਵੇਚ ਵੀ ਰਹੇ ਹੋ, ਕਿੰਨੇ ਕੁ ਇਹ ਸਵਾਲ ਤੁਹਾਡਾ ਸ਼ਾਇਦ ਨਿੱਜੀ ਵੀ ਹੋ ਸਕਦਾ ਥੋੜ੍ਹਾ ਜਿਹਾ, ਪਰ ਕਿਸਾਨ ਵੀਰ ਇਹ ਵੀ ਜਾਣਨਾ ਚਾਹੁੰਦੇ ਹੋਣਗੇ, ਬਹੁਤ ਸਾਰੇ ਦਰਸ਼ਕ ਤੁਹਾਨੂੰ ਦੇਖ ਰਹੇ ਹੋਣਗੇ, ਕਿੰਨਾ ਕੁ ਮੁਨਾਫਾ ਹੈ ਇਹਦੇ ਵਿੱਚ? ਦੇਖੋ ਜਿਹੜਾ ਕਿਸਾਨ ਆ ਇਹਨੂੰ ਕੱਚੀ ਵੀ ਵੇਚ ਕੇ ਗਾੜੀ ਵੇਚ ਦਿੰਦਾ ਵਾ, ਪਲਾਂਟਾਂ ਨੂੰ ਜਦੋਂ ਪਲਾਂਟ ਲੱਗੇ ਸਾਰੇ ਖਰੀਦਦਾਰੀ ਕਰਦੇ ਆ, ਤੇ ਉਹਨੂੰ ਮਤਲਬ ਕਿ 1.5 ਲੱਖ ਰੁਪਈਆ ਉਹਦੀ ਜੇਬ ਦੇ ਵਿੱਚ ਖਰਚੇ ਕੱਢ ਕੇ ਤੇ ਪੈ ਜਾਂਦਾ ਬੜਾ ਵਧੀਆ। ਅੱਛਾ ਜੀ, ਇੱਕ ਕਿੱਲੇ ਪਿੱਛੇ? ਇੱਕ ਕਿੱਲੇ ਪਿੱਛੇ 8 ਮਹੀਨੇ 10 ਮਹੀਨੇ ਬਾਅਦ? 10 ਮਹੀਨੇ ਬਾਅਦ। ਤੇ ਜੇ ਤੁਸੀਂ ਇਹਨੂੰ ਪ੍ਰੋਸੈਸ ਕਰਕੇ ਵੇਚਦੇ ਹੋ ਤੇ ਇਹੋ ਤੁਹਾਡੀ ਜਿਹੜੀ ਉਹ 2.5 ਤੋਂ 3 ਲੱਖ ਦੀ ਜਿਹੜੀ ਗਾੜੀ ਬਣ ਜਾਂਦੀ ਹੈ। ਅੱਛਾ ਹਾਂਜੀ। ਅੱਛਾ, ਇਹ ਸਾਰਾ ਜਿਵੇਂ ਤੁਸੀਂ ਪ੍ਰੋਸੈਸ ਕਰਦੇ ਹੋ। ਅੱਛਾ, ਖਰਚ ਦੀ ਗੱਲ ਕਰਾਂ, ਕਿੱਲੇ ਦੇ ਉੱਤੇ ਖਰਚ ਕਿੰਨਾ ਕੁ ਆਉਂਦਾ ਫਿਰ ਇਹਨਾਂ 10 ਮਹੀਨਿਆਂ 'ਚ? ਕਿੱਲੇ ਉੱਤੇ ਤਕਰੀਬਨ ਕੋਈ ਜੇ ਬੀਜ ਦਾ ਪਿੱਛੇ ਮੰਨ ਕੇ ਚਲੋ ਤੇ ਕੋਈ ਬੀਜ ਦਾ ਜ਼ਿਆਦਾ ਖਰਚਾ ਤਾਂ ਹੁੰਦਾ ਵਾ। ਪਹਿਲੀ ਵਾਰ ਬੀਜ ਜਦੋਂ ਇੱਕ ਵਾਰ ਬੀਜ ਬਣ ਜੇ ਗਾੜੀ ਘਰ ਦਾ ਵੀ ਹੋ ਜਾਂਦਾ, ਫਿਰ ਜ਼ਿਆਦਾ ਖਰਚਾ ਨਹੀਂ ਹੁੰਦਾ। ਤੇ ਇਹਦੇ ਵਿੱਚ 35,000 ਰੁਪਏ ਖਰਚਾ ਜਿਹੜਾ ਮੰਨ ਕੇ ਚੱਲਦੇ, ਜਿਸ 'ਚ 15,000 ਰੁਪਏ ਦਾ 17 ਦਾ ਬੀਜ ਪੈਂਦਾ ਤੇ 17,000 ਰੁਪਏ ਜਿਹੜਾ ਲੇਬਰ ਦਾ ਤਕਰੀਬਨ ਦਾ ਖਰਚਾ ਆਉਂਦਾ। ਹੋਰ ਕੋਈ ਤੇ ਜ਼ਿਆਦਾ ਖਰਚਾ ਨਹੀਂ, ਨਾ ਇਹਨੂੰ ਕੋਈ ਕੀੜਾ ਲੱਗਦਾ, ਨਾ ਇਹਨੂੰ ਕੋਈ ਬਿਮਾਰੀ ਲੱਗਦੀ। ਅੱਛਾ, ਇਹ ਜਿਵੇਂ ਆਪਾਂ ਕਣਕ ਤੇ ਝੋਨੇ ਦੀ ਫਸਲ ਹੈ, ਉਹਦੇ ਉੱਤੇ ਕਿਸਾਨ ਨੂੰ ਮਿਹਨਤ ਵੀ ਜ਼ਿਆਦਾ ਕਰਨੀ ਪੈਂਦੀ ਹੈ, ਖਪਣਾ ਵੀ ਜ਼ਿਆਦਾ ਪੈਂਦਾ, ਇਹਦੇ ਉੱਤੇ ਖਪਾਈ ਜਾਂ ਮਿਹਨਤ ਉਨੀ ਹੈਗੀ ਹੈ ਜਿੰਨੀ ਉਧਰ ਲੱਗਦੀ ਹੈ? ਨਹੀਂ, ਇਹ ਤੇ ਇਹਦੀ ਕੋਈ ਜ਼ਿਆਦਾ ਉਨੀ ਮਿਹਨਤ ਨਹੀਂ ਪੈਂਦੀ। ਇਹ ਤਕਰੀਬਨ ਜਦੋਂ ਛੋਟੀ ਫਸਲ ਨੂੰ ਉਹ ਥੋੜਾ ਖਿਆਲ ਰੱਖਣਾ ਪੈਂਦਾ, ਤਾਂ ਜਦੋਂ ਉਹ ਤਕਰੀਬਨ ਫੁੱਟ ਦੀ ਹੋਊਗੀ ਫਿਰ ਇਹਨੂੰ ਜ਼ਿਆਦਾ ਕੁਝ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਫਿਰ ਇਹਨੂੰ ਬਸ ਪਾਣੀ ਦੀ ਜ਼ਰੂਰਤ ਹੁੰਦੀ ਤੇ ਆਪਣੇ ਆਪ ਹੀ ਸਾਰਾ ਕੁਝ ਹੋ ਜਾਣਾ। ਜਾਂ ਜਾ ਕੇ ਜਦੋਂ ਪਟਾਈ ਕਰਨੀ ਉਦੋਂ ਮਿਹਨਤ ਲੱਗਦੀ, ਹੋਰ ਤਾਂ ਕੁਝ ਨਹੀਂ ਹੁੰਦਾ। ਪਾਣੀ ਦਾ ਬਚਾਅ ਹੈਗਾ ਇਹਦੇ ਨਾਲ? ਪਾਣੀ ਤਕਰੀਬਨ ਜਿੱਦਾਂ ਇਹ 10 ਮਹੀਨੇ ਦੀ ਫਸਲ ਆ ਤੇ ਮੈਂ ਕਿਹਾ ਮਹੀਨੇ ਬਾਅਦ ਇੱਕ ਪਾਣੀ ਲੱਗਦਾ ਵਾ, ਤਕਰੀਬਨ 10-12 ਪਾਣੀ ਤਕਰੀਬਨ ਤਿਆਰ ਹੋ ਜਾਂਦੀ ਫਸਲ। ਅੱਛਾ, ਤੁਸੀਂ ਮੈਨੂੰ ਦੱਸ ਰਹੇ ਸੀ ਕਿ ਕਿਸੇ ਮੇਲੇ ਦੇ ਵਿੱਚ ਹਲਦੀ ਇੱਕ ਵਾਰੀ ਉੱਥੇ ਸਟਾਲ ਲਾਇਆ ਤੇ ਸ਼ਾਇਦ ਇਸ ਵਾਰ ਕਹਿੰਦੇ ਕਰੋਨਾ ਕਰਕੇ ਨਹੀਂ ਲੱਗਾ, ਉਹ ਸਟਾਲ ਦੇ ਵਿੱਚ ਕਹਿੰਦੇ ਬਹੁਤ ਵਿਕਰੀ ਹੋਈ, ਤੁਹਾਡੀ ਹਲਦੀ ਦੀ ਡਿਮਾਂਡ ਬਹੁਤ ਹੈ, ਪੂਰੇ ਪੰਜਾਬ ਦੇ ਵਿੱਚ ਸਪਲਾਈ ਹੁੰਦੀ ਹੈ? ਹਾਂਜੀ, ਪੂਰੇ ਪੰਜਾਬ 'ਚ ਸਾਡੇ ਵੈਸੇ ਜ਼ਿਲ੍ਹੇ ਦੇ ਵਿੱਚ ਸਾਡੇ ਇੱਥੇ ਗੁਰਦਾਸਪੁਰ ਕ੍ਰਿਸ਼ੀ ਬੈਂਕ ਦੇ ਅੰਦਰ ਮੇਲਾ ਲੱਗਦਾ, ਜਿਹੜਾ ਖੇਤਰੀ ਹੈਗਾ ਨਾ ਸਟੇਸ਼ਨ, ਇੱਥੇ ਮੇਲਾ ਲੱਗਦਾ ਵਾ। ਉੱਥੇ ਤਕਰੀਬਨ ਸਾਡੀ ਹਰ ਸਾਲ ਹੀ ਲਾਉਂਦੇ ਤੇ ਸਟਾਲ ਲਾਉਂਦੇ, ਤੇ ਹੁਣ ਕਾਫੀ ਸਾਡੀ ਜਿਹੜੀ ਹਲਦੀ ਦੀ ਮੰਗ ਹੋ ਗਈ ਦੀ ਸੀ। ਸਾਡੀ ਇੱਕ ਦਿਨ ਦੀ ਉੱਥੇ 5-5 ਕੁਇੰਟਲ ਦੀ ਜਿਹੜੀ ਸੇਲ ਉੱਥੇ ਤਕਰੀਬਨ ਜਿਹੜੀ ਸਾਡੀ ਪਿਛਲੇ 3-4 ਸਾਲ ਤੋਂ ਲਗਾਤਾਰ ਜਿਹੜੀ ਚੱਲ ਰਹੀ ਸੀਗੀ ਉੱਥੇ। ਅੱਛਾ, 1 ਕੁਇੰਟਲ ਦਾ ਜੇ ਆਪਾਂ ਰਕਮਾਂ 'ਚ ਬਦਲੀਏ ਇਹਨੂੰ ਰਕਮ ਦੇ ਵਿੱਚ? ਤਕਰੀਬਨ 20,000 ਦਾ ਕੁਇੰਟਲ ਆਓ ਤੇ ਲੱਖ ਰੁਪਏ ਦੀ ਸੇਲ ਜਿਹੜੀ ਇੱਕ ਦਿਨ ਦੀ ਉੱਥੇ ਤਕਰੀਬਨ ਹੋ ਜਾਂਦੀ ਹੈ। ਅੱਛਾ, ਫਿਰ ਉੱਥੋਂ ਫਿਰ ਸਵੇਰੇ ਜਾ ਕੇ ਸ਼ਾਮ ਨੂੰ ਲੱਖਾਂ ਰੁਪਏ ਲੈ ਕੇ ਆਉਂਦੇ ਹੋ? ਵਧੀਆ ਵਧੀਆ ਜੀ। ਹਾਂਜੀ, ਇਹ ਵੈਸੇ ਬਹੁਤਾਤਾਰ ਜਿਹੜਾ ਚਲੋ ਇੱਕ ਕਿਸਾਨ ਹੈ, ਮੈਨੂੰ ਲੱਗਦਾ ਕਿਸਾਨ ਦਾ ਮਨ ਵੀ ਜਿੰਨੀ ਮਿਹਨਤ ਕਰਦਾ ਉਹਨਾਂ ਸਾਫ਼ ਹੁੰਦਾ ਹੈ, ਉਹ ਸਾਰੀ ਗੱਲ ਦੱਸਦਾ ਵੀ ਹੈ। ਜਿਵੇਂ ਤੁਸੀਂ ਪ੍ਰੋਸੈਸ ਵੀ ਦੱਸਿਆ, ਕਿਸਾਨ ਵੀਰਾਂ ਨੂੰ ਸਲਾਹਾਂ ਵੀ ਦਿੱਤੀਆਂ ਨੇ, ਤਾਂ ਮੁਨਾਫਾ ਵੀ। ਹਾਲਾਂਕਿ ਜੇ ਮੈਂ ਕਿਸੇ ਬਿਜ਼ਨਸਮੈਨ ਨੂੰ ਪੁੱਛਦਾ ਤੇ ਸ਼ਾਇਦ ਉਹ ਇਸ ਗੱਲ ਦਾ ਜਵਾਬ ਦਿੰਦਾ ਨਾ, ਜਾਂ ਜਵਾਬ ਨੂੰ ਤੋੜ ਮਰੋੜ ਦਿੰਦੇ, ਪਰ ਤੁਸੀਂ ਮੁਨਾਫਾ ਵੀ ਦੱਸ ਰਹੇ ਹੋ ਤਾਂ ਜੋ ਹੋਰ ਕਿਸਾਨ ਵੀ ਅੱਗੇ ਆਉਣ। ਤਾਂ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਫਾਇਦਾ ਹੈਗਾ ਇਸ ਫਸਲ ਦੇ ਵਿੱਚ? ਬਿਲਕੁਲ, ਇਹ ਬਹੁਤ ਕਣਕ ਝੋਨੇ ਦੂਜੀਆਂ ਫਸਲਾਂ ਨਾਲੋਂ ਬਹੁਤ ਵਧੀਆ ਹੈਗੀ ਆ। ਇਹਦੇ ਵਿੱਚ ਦੇਖੋ, ਇੱਕ ਤੇ ਤੁਹਾਡੇ ਕੋਲ ਰੋਜ਼ਾਨਾ ਤੁਹਾਡੇ ਜੇਬ 'ਚ ਪੈਸੇ ਆਉਣੇ ਆ, ਇੱਕ ਸਾਈਡ ਬਿਜ਼ਨਸ ਬਣ ਜਾਂਦਾ ਵਾ, ਤੇ ਦੂਜਾ ਇਹ ਇੱਕ ਵਧੀਆ ਕੁਆਲਿਟੀ ਆ, ਵਧੀਆ ਚੀਜ਼ ਕੁਆਲਿਟੀ ਦੀ ਚੀਜ਼ ਹੁੰਦੀ ਆ, ਤੇ ਤੁਸੀਂ ਕਿਸੇ ਨੂੰ ਦਿਓਗੇ ਤੇ ਉਹ ਗਾੜੀ 10 ਬੰਦਿਆਂ ਨੂੰ ਗਾੜੀ ਹੋਰ ਤੁਹਾਡੀ ਇਹਦੀ ਜਾਣਕਾਰੀ ਦਊਗਾ ਵੀ ਯਾਰ ਉੱਥੇ ਚੀਜ਼ ਵਧੀਆ ਮਿਲਦੀ ਹੈ, ਪ੍ਰੋਡਕਟ ਵਧੀਆ, ਤੁਸੀਂ ਇਹ ਖਰੀਦੋ ਗਾੜੀ। ਇੱਕ ਇਹਨਾਂ ਲੋਕਾਂ ਦੀ ਸਿਹਤ ਵੀ ਇਹਨਾਂ ਸੁਧਾਰ ਹੁੰਦਾ ਵਾ। ਤਾਂ ਮੈਂ ਚਾਹੂੰਗਾ ਥੋੜਾ ਜਿਹਾ ਨਾ ਹਲਦੀ ਦੇ ਬਾਰੇ ਦੱਸ ਦਿਓ ਲੋਕਾਂ ਨੂੰ, ਫਾਇਦੇ ਕੀ ਕੀ ਨੇ? ਕਹਿੰਦੇ ਸੱਟ ਲੱਗੇ ਤਾਂ ਦੁੱਧ ਦੇ ਵਿੱਚ ਹਲਦੀ ਪਾ ਕੇ ਪੀਓ, ਤੁਹਾਡੇ ਜ਼ਖਮ ਵੀ ਠੀਕ ਹੋ ਜਾਂਦੇ। ਹਾਂਜੀ, ਇਹ ਨਾ ਬੜੀ ਵਧੀਆ ਹੈਗੀ ਹਲਦੀ ਪਾ ਕੇ। ਕਿਸੇ ਕਿਸਮ ਦੀ ਇਨਫੈਕਸ਼ਨ ਹੈਗੀ ਸਰੀਰ ਦੀ ਜਿਹੜੀ ਹੈ, ਤੁਸੀਂ ਇੱਦਾਂ ਠੀਕ ਕਰ ਸਕਦੇ ਹੋ ਹਲਦੀ ਨਾਲ। ਜੇ ਸੱਟ ਲੱਗੀ ਹੋਵੇ ਜਾਂ ਕਿਤੇ ਹੋਰ ਇਨਫੈਕਸ਼ਨ ਹੋਵੇ, ਤੱਕ ਸ਼ੂਗਰ ਵਾਲੇ ਮਰੀਜ਼ ਵੀ ਜਿਹੜੇ ਉਹ ਕਿਤੇ ਰੋਜ਼ਾਨਾ ਹਲਦੀ ਦੁੱਧ 'ਚ ਪਾ ਕੇ ਕਿਸੇ ਰੂਪ 'ਚ ਵੀ ਲੈ ਲਓ, ਹਲਦੀ ਲੈਣੀ ਜ਼ਰੂਰ ਚਾਹੀਦੀ ਆ। ਚਾਹੇ ਦੁੱਧ 'ਚ ਪਾ ਕੇ ਪੀਓ, ਚਾਹੇ ਕੋਸੇ ਪਾਣੀ 'ਚ ਪਾ ਲਓ, ਜਾਂ ਜਿੱਦਾਂ ਵੀ ਪੀ ਸਕਦੇ ਹੋ। ਇਹ ਤੁਸੀਂ ਪੀ ਕੇ ਤੇ ਕਾਫੀ ਬਿਮਾਰੀਆਂ ਜਿਹੜਾ ਛੁਟਕਾਰਾ ਪਾ ਸਕਦੇ ਹੋ ਇਹਦੇ ਨਾਲ। ਸਾਡੇ ਕੋਲ ਹੋਰ ਵੀ ਵੈਰਾਈਟੀਆਂ, ਇੱਕ ਦੋ ਜਿੱਦਾਂ ਇੱਕ ਅੰਬਾ ਹਲਦੀ ਸਾਡੀ ਉਹ ਵੀ ਐਰਕੀ ਤਿਆਰ ਅਗਲੇ ਸਾਲ ਸਾਡੇ ਕੋਲ ਵੈਰਾਈਟੀ ਹੋ ਜਾਣੀ ਸੇਲ ਕਰਨ ਵਾਸਤੇ ਜਾਂ ਉਹਦਾ ਪਾਊਡਰ ਵੇਚਣ ਵਾਸਤੇ। ਤੇ ਸਾਡੇ ਕੋਲ ਕਾਲੀ ਹਲਦੀ ਹੈਗੀ, ਇਸ ਸਾਲ ਅਸੀਂ ਤਾਂ ਬੀਜ ਵੀ ਉਹਦਾ ਕਾਫੀ ਵੇਚਿਆ ਵਾ, ਉਹਦਾ ਪਾਊਡਰ ਵੀ ਅਸੀਂ ਜਿਹੜਾ ਬਣਾ ਕੇ ਤਕਰੀਬਨ ਕਾਫੀ ਸੇਲ ਉਹਦਾ। ਫਰਕ ਕੀ ਆ ਉਹਦਾ ਜੀ ਆਮ ਜਿਹੜੀ ਹਲਦੀ ਦੇ ਨਾਲ ਤੇ ਇਹਨਾਂ ਦੋਨਾਂ ਹਲਦੀਆਂ ਦਾ, ਜੰਬਾ ਦਾ ਤੇ ਔਰ ਬਲੈਕ ਦਾ? ਜਿਹੜੀ ਹੈਗੀ ਕਾਲੀ ਹਲਦੀ ਉਹ ਤੇ ਮੈਡੀਸਨ ਵਾ ਜੀ। ਅੱਛਾ ਜੀ। ਉਹਦੀ ਤਕਰੀਬਨ ਜਿਹੜਾ ਵਾ ਪਾਊਡਰ ਦਾ ਕੋਈ 1500 ਰੁਪਏ ਕਿਲੋ ਰੇਟ ਵਾ ਉਹਦੇ ਪਾਊਡਰ ਦਾ। ਅੱਛਾ ਜੀ। 100 ਗ੍ਰਾਮ ਜੀ 150 ਰੁਪਏ ਦੀ ਜਿਹੜੀ ਉਹ ਵਿਕਦੀ ਆ। ਅੱਛਾ ਜੀ। ਉਹ ਕਿਤੇ ਗੁਰਦਿਆਂ ਦੀ ਇਨਫੈਕਸ਼ਨ ਆ, ਜਾਂ ਖੂਨ ਦੀ ਆ, ਜਾਂ ਚਮੜੀ ਦੀ ਆ, ਕਿਸੇ ਕਿਸਮ ਦੀ ਹੈਗੀ, ਲੀਵਰ ਦੀ ਆ, ਉਹ ਸਾਰਿਆਂ ਵਾਸਤੇ ਬਹੁਤ ਕਾਰਗਰ ਹੈਗੀ ਆ। ਇੱਥੇ ਤੱਕ ਜਿਹੜੇ ਬੰਦੇ ਲੈ ਕੇ ਜਾਂਦੇ ਪੇਸ਼ੈਂਟ ਜ਼ਿਆਦਾ ਖੜਦੇ ਆ ਉਹਨੂੰ, ਤੇ ਉਹਨਾਂ ਦਾ ਬਹੁਤ ਵਧੀਆ ਰਿਜ਼ਲਟ ਉਹਨਾਂ ਤੋਂ ਮਿਲਦਾ, ਸਾਨੂੰ ਫੀਡਬੈਕ ਬਹੁਤ ਵਧੀਆ ਮਿਲਦਾ ਹੀ ਆ। ਬਹੁਤ ਸਾਨੂੰ ਇਹਨਾਂ ਫਰਕ ਪਿਆ ਹੈ, ਜਿਹੜਾ ਕਿ ਡਾਕਟਰਾਂ ਕੋਲ ਲੱਖਾਂ ਰੁਪਈਆ ਲਾਉਣਾ ਜੀ, ਸਾਨੂੰ ਇਹ ਛੋਟੀ ਜਿਹੀ ਇੱਕ ਚੀਜ਼ ਨਾਲ ਛੋਟੀ ਜਿਹੀ ਪੈਸੇ ਖਰਚ ਕੇ ਤੇ ਸਾਡਾ ਬਹੁਤ ਵਧੀਆ ਸਿਹਤ ਦਾ ਸੁਧਾਰ ਹੋ ਗਿਆ। ਇੱਥੇ ਤੱਕ ਉਹ ਜੇ ਕਿਤੇ ਬੀਪੀ ਵੱਧਦਾ, ਬੀਪੀ ਵਾਲਾ ਸ਼ੂਗਰ ਵਾਲਾ ਬੰਦਾ ਵੀ ਉਹਨੂੰ ਖਾਵੇ, ਉਹਦਾ ਬਹੁਤ ਕੰਟਰੋਲ ਕਰਦੀ ਆ। ਜਿਹੜਾ ਕਿ ਉਹਨੂੰ ਸਬਜ਼ੀ ਵਿੱਚ ਨਹੀਂ ਪੈਣੀ, ਉਹ ਜਾਂ ਤਾਂ ਤੁਸੀਂ ਉਹਨੂੰ ਪਾਣੀ ਕੋਸੇ ਪਾਣੀ ਵਿੱਚ ਜਾਂ ਦੁੱਧ ਵਿੱਚ ਜਾਂ ਦਹੀਂ ਵਿੱਚ ਪਾ ਕੇ ਲੈ ਸਕਦੇ ਹੋ। ਸਿਰਫ ਲੈਣੀ ਆ 2 ਚੁਟਕੀਆਂ ਲੈਣੀਆਂ। ਮੰਨ ਲਓ ਕਿ ਜਿੱਦਾਂ ਅੱਧਾ ਗ੍ਰਾਮ ਹੋ ਗਿਆ, ਇੰਨੀ ਕੀ ਲੈਣੀ, ਜ਼ਿਆਦਾ ਨਹੀਂ, ਉਹ ਥੋੜੀ ਮਾਤਰਾ 'ਚ ਲੈਣੀ। ਉਹ ਮੈਡੀਕਲੀ ਆਪਾਂ ਨੂੰ ਮੈਡੀਸਨ ਦਾ ਤੌਰ ਤੇ ਵਰਤਣਾ ਉਹਨੂੰ। ਜਿਹੜੀ ਤੁਸੀਂ ਕਾਲੀ ਜਿਹੜੀ, ਹਾਂਜੀ। ਤੇ ਦੂਸਰੀ ਜਿਹੜੀ ਜੰਬਾ ਉਹਦਾ ਸਬਜ਼ੀਆਂ ਵਾਸਤੇ? ਅੰਬਾ ਹਲਦੀ ਉਹ ਵੀ ਜਿਹੜੀ ਮੈਡੀਸਨ ਇੱਕ ਉਹ ਵੀ ਹੈਗੀ ਆ, ਉਹ ਥੋੜੀ ਸਸਤੀ ਹੈਗੀ ਆ।
ਤੇ ਤਕਰੀਬਨ ਹੈਗੀ ਉਹ ਵੀ ਇਹ 'ਚ ਗੁਣ ਉਹਦੇ ਵਿੱਚ ਬਹੁਤ ਜ਼ਿਆਦਾ, ਮੈਡੀਸਨ ਵੈਲਿਊ ਉਹਦੀ ਬਹੁਤ ਹੈਗੀ ਹੈ। ਅੱਛਾ, ਸਰਕਾਰ ਦੇ ਪ੍ਰਤੀ ਕੋਈ ਜਿਹੜੀਆਂ ਸਰਕਾਰ ਦੀਆਂ ਬਹੁਤ ਸਾਰੀਆਂ ਏਜੰਸੀਜ਼ ਹੈਗੀਆਂ ਨੇ ਜਾਂ ਬਹੁਤ ਸਾਰੇ ਖੇਤੀਬਾੜੀ ਵਿਭਾਗ ਦੇ ਇਦਾਂ ਦੇ ਅੱਗੇ ਵਿੰਗਸ ਬਣਾਏ ਗਏ ਨੇ, ਨਬਾਰਡ ਦੀ ਗੱਲ ਕਰਾਂ ਤਾਂ ਨਬਾਰਡ ਦੇ ਵੱਲੋਂ ਵੀ ਕਦੀ ਕੋਈ ਮਦਦ ਆਉਂਦੀ ਹੈ, ਖੇਤੀਬਾੜੀ ਵਿਭਾਗ ਦੇ ਵੱਲੋਂ ਕਦੀ ਕੋਈ ਮਦਦ ਆਈ ਹੈ ਇਸ ਪਲਾਂਟ ਨੂੰ ਚਲਾਉਣ ਦੇ ਲਈ? ਨਬਾਰਡ ਦੇ ਨਾ ਅਸੀਂ ਪਹਿਲਾਂ ਸਾਡਾ ਇੱਕ 10 ਮੈਂਬਰਾਂ ਦਾ ਕਲੱਬ ਬਣਿਆ ਸੀਗਾ, ਤੇ ਸਾਨੂੰ ਕਲੱਬ ਪਹਿਲਾਂ ਨਬਾਰਡ ਉੱਤੇ ਵੀ ਸਾਨੂੰ ਸਹੂਲਤ ਦਿੱਤੀ ਸੀ ਇਹਨਾਂ ਨੇ, ਕਲੱਬ ਦੇ ਵੀ ਸਾਨੂੰ ਜਿੱਦਾਂ ਕੋਈ ਵਿਜ਼ਿਟ ਕਰਨੀ, ਕਿਤੇ ਕੋਈ ਚੀਜ਼ ਦੇਖਣ ਜਾਣਾ, ਕੋਈ ਮਸ਼ੀਨਰੀ ਨਵੀਂ ਦੇਖਣ ਜਾਣਾ ਵਾ, ਉਹਦੇ ਬਾਅਦ ਸਾਨੂੰ ਮਤਲਬ ਉਹ ਗੱਡੀ ਦਾ ਪ੍ਰੋਵਾਈਡ ਕਰਵਾਉਣ ਦੀ ਸਾਨੂੰ ਜਾਣ ਆਉਣ ਦਾ ਖਰਚਾ ਦੇ ਦਿੰਦੀ ਸੀਗੀ। ਫਿਰ ਇਹਨਾਂ ਦੀ ਇੱਕ ਕਨਸੈਪਟ ਆ ਗਿਆ FPO ਦਾ, ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਉਹਦਾ ਆ ਗਿਆ। ਫਿਰ ਸਾਡੇ ਉਹਨਾਂ ਨੇ ਉਹ ਚੁੱਕ ਕੇ ਨਾ ਕਲੱਬ ਨੂੰ, ਤੇ ਫਿਰ ਸਾਡੇ ਉਹਨਾਂ ਨੇ ਮਤਲਬ ਕਹਿੰਦੇ 50 ਮੈਂਬਰ ਤੁਸੀਂ ਨਾਲ ਜੋੜ ਲਓ, ਤੇ ਅਸੀਂ ਉਹ ਫਿਰ ਇੱਕ FPO ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਜਿਹੜੀ ਬਣਾ ਲਈ। ਉਹਦੇ ਵਿੱਚ ਸਾਡੇ ਕੋਲ ਇਹੋ ਜਿਹੇ ਕੋਈ 350 ਮੈਂਬਰ ਸਾਡੇ ਨਾਲ ਜੁੜੇ ਆ। ਉੱਥੇ ਕੋਈ ਹਲਦੀ ਵਾਲੇ ਮੈਂਬਰ ਵਾ, ਕੁਝ ਸ਼ਹਿਦ ਦੀਆਂ ਮੱਖੀਆਂ ਦਾ ਕੰਮ ਕਰਦੇ ਆ, ਕੁਝ ਦਾਲਾਂ ਦਾ ਕਰਦੇ ਆ, ਕੁਝ ਚਾਰ ਚਟਨੀਆਂ ਦਾ ਕਰਦੇ ਆ, ਕੋਈ ਦੁੱਧ ਦਾ ਕਰਦੇ ਆ, ਵੱਖਰੇ ਵੱਖਰੇ ਤਰ੍ਹਾਂ ਦੇ ਜਿਹੜੇ ਸਾਡੇ ਨਾਲ ਮੈਂਬਰ ਦੇ ਵਿੱਚ ਜਿਹੜੇ ਜੁੜੇ ਦੇ ਆ। ਤੇ ਉਹਦੇ ਵਿੱਚ ਨਬਾਰਡ ਸਾਨੂੰ ਕਾਫੀ ਸਹਾਇਤਾ ਉੱਧਰੋਂ ਮਿਲਦੀ ਆ। ਹੁਣ ਅਸੀਂ ਨਬਾਰਡ ਨੂੰ ਇੱਕ ਕਿਹਾ ਸਾਨੂੰ ਮਸ਼ੀਨਾਂ ਜਿਹੜੀਆਂ ਅਪਗ੍ਰੇਡ ਕਰਨ ਵਾਸਤੇ, ਸਾਨੂੰ ਉਹਦੇ ਵਾਸਤੇ ਵੀ ਉਹ ਕੁਝ ਸਹਾਇਤਾ ਕਰਨ ਜਾ ਰਹੀ ਹੈ ਨਬਾਰਡ ਸਾਡੀ। ਤੇ ਮਾਲੀ ਮਦਦ ਕਰਦੇ ਨੇ? ਹਾਂ, ਮਾਲੀ ਮਦਦ ਕਰਦੀ ਨਬਾਰਡ ਦੇ ਵਿੱਚ। ਦੂਜਾ ਸਾਨੂੰ ਨਬਾਰਡ ਜਿਹੜੀ ਇਹ ਜਿੱਦਾਂ ਐਗਜ਼ੀਬਿਸ਼ਨਾਂ ਲੱਗਦੀਆਂ, ਤੇ ਜਿੱਦਾਂ ਖੇਤੀਬਾੜੀ ਵਿਭਾਗ ਦੇ ਮੇਲੇ ਤੇ ਲੋਕਲ ਲੈਵਲ ਪੰਜਾਬ ਲੈਵਲ ਦਾ ਮੇਲਾ ਹੋ ਗਿਆ ਜਾਂ ਜ਼ਿਲ੍ਹੇ ਲੈਵਲ ਦਾ ਮੇਲਾ ਹੋ ਜਾਂਦਾ ਨਾ, ਤੇ ਜਿਹੜੀਆਂ ਐਗਜ਼ੀਬਿਸ਼ਨਾਂ ਇੰਟਰਨੈਸ਼ਨਲ ਪੱਧਰ ਦੀਆਂ ਲੱਗਦੀਆਂ ਵਾ, ਉਹਨਾਂ ਵਿੱਚ ਸਾਨੂੰ ਜਿਹੜੀ ਪਾਰਟੀਸਪੇਟ ਕਰਾਉਂਦੀ ਆ, ਜਿੱਥੇ ਕਿ ਇੱਕ ਸਟਾਲ ਦੀ ਕੀਮਤ ਇੱਕ ਦਿਨ ਦੀ ਜਿਹੜੀ ਉਹ 40-40 ਹਜ਼ਾਰ ਰੁਪਈਆ ਕੀਮਤ ਹੁੰਦੀ ਆ, ਕਿ ਸਾਨੂੰ ਉੱਥੇ ਜਿਹੜੀ ਨਬਾਰਡ ਉਹ ਫਰੀ ਜਿਹੜੀ ਸਟਾਲ ਪ੍ਰੋਵਾਈਡ ਕਰਾਉਂਦੀ ਆ। ਉਹ ਇੱਕ ਨਬਾਰਡ ਦਾ ਬਹੁਤ ਵਧੀਆ ਉਪਰਾਲਾ ਵਾ ਕਿ ਜਿਹੜੀ ਫਾਰਮਰ ਨੂੰ ਆਪਣੇ ਜੋੜਨ ਵਾਸਤੇ, ਗਾੜੀ ਇੱਕ ਆਪਣੀ ਵਧੀਆ ਸਿਹਤ ਦੇਣ ਵਾਸਤੇ। ਉੱਥੇ ਉਹਨਾਂ ਮੇਲਿਆਂ 'ਚ ਲੱਖਾਂ ਕਿਸਾਨ ਆਉਂਦੇ ਆ, ਲੱਖਾਂ ਦੂਜੇ ਆਪਣੇ ਵਪਾਰੀ ਆਉਂਦੇ ਆ, ਉਹ ਸਾਰੇ ਫਿਰ ਇੱਕ ਦੂਜੇ ਨਾਲ ਗੱਲਬਾਤ ਕਰਦੇ ਕਿੱਥੇ ਕਿਹੜੀ ਚੀਜ਼ ਚੰਗੀ ਮਿਲਦੀ ਹੈਗੀ ਆ। ਉਹ ਫਿਰ ਸਾਨੂੰ ਉਹਦਾ ਬੜਾ ਫਾਇਦਾ, ਗਾਂ ਤੋਂ ਸਾਡੀ ਜਿਹੜੀ ਉਹ ਸਪਲਾਈ ਸਾਡੀ ਹੋਰ ਇਸ ਕਰਕੇ ਬੜੀ ਵਧੀਆ। ਜਿੱਦਾਂ ਇੱਥੇ ਅੰਮ੍ਰਿਤਸਰ ਪਾਈਟੈਕਸ ਮੇਲਾ ਲੱਗਦਾ ਵਾ, ਜਿਹੜਾ ਅੰਤਰਰਾਸ਼ਟਰੀ ਮੇਲਾ ਜਿਹੜਾ ਵਾ, ਦੂਜੇ ਦੇਸ਼ਾਂ ਦੇ ਵਿੱਚ ਕਾਫੀ ਕੰਟਰੀਆਂ ਦੇ ਬਾਹਰੋਂ ਮੁਲਕਾਂ ਦੇ ਲੋਕ ਆਉਂਦੇ ਆ, ਉਹਦੇ ਵਿੱਚ ਸਾਨੂੰ ਜਗ੍ਹਾ ਮਿਲਦੀ ਹੈ। ਫਿਰ ਚੰਡੀਗੜ੍ਹ ਲੱਗਦਾ ਵਾ ਮੇਲਾ, ਉੱਥੇ ਸਾਨੂੰ ਜਗ੍ਹਾ ਹੋਰ ਵੀ ਕਈਆਂ ਥਾਵਾਂ 'ਤੇ ਸਾਨੂੰ ਆਫਰ ਆਉਂਦੀ। ਕਈ ਵਾਰ ਸਾਡੇ ਕੋਲ ਦੂਰ ਸਾਡੇ ਕੋਲ ਨਹੀਂ ਜਾ ਹੁੰਦਾ, ਉਹ ਸਾਡੇ ਕੋਲ ਕੰਮਾਂ ਕਾਰਾਂ ਉਹਦੇ ਜਿਵੇਂ ਹੋਣ ਕਰਕੇ, ਤੇ ਇਸ ਕਰਕੇ ਵੀ ਨਬਾਰਡ ਸਾਡੀ ਇਹਦੇ ਵਿੱਚ ਬਹੁਤ ਸਹਾਇਤਾ ਕਰਨ ਦੀ ਹੈਗੀ ਆ। ਤੇ ਜਿਵੇਂ ਤੁਸੀਂ ਦੱਸਿਆ ਵੀ ਉੱਥੇ ਇੰਟਰਨੈਸ਼ਨਲ ਇੱਕ ਮੇਲਾ ਲੱਗਦਾ, ਤਾਂ ਉੱਥੇ ਤੁਹਾਨੂੰ ਮੌਕਾ ਮਿਲਦਾ ਜਾਣ ਦਾ, ਉੱਥੇ ਵੀ ਸਟਾਲ ਲਾਉਂਦੇ ਹੋ। ਵਿਦੇਸ਼ਾਂ ਤੱਕ ਵੀ ਤੁਹਾਡੀ ਹਲਦੀ ਜਾਂਦੀ ਹੈ ਫਿਰ ਖੇਤਾਂ ਤੋਂ, ਇਸ ਪ੍ਰੋਸੈਸ ਤੋਂ ਹੋ ਕੇ ਪੈਕਟਾਂ 'ਚ? ਵਿਦੇਸ਼ਾਂ ਵਿੱਚ ਜਿੱਦਾਂ ਕਿ ਸਾਡੇ ਆਪਣੇ ਭੈਣ ਭਾਈ ਜਿਹੜੇ ਬਾਹਰ ਚਲੇ ਗਏ, ਇੱਥੋਂ ਚਲੇ ਗਏ ਤੇ ਜਾਂ ਉਹਨਾਂ ਦੇ ਰਿਸ਼ਤੇਦਾਰ ਇੱਧਰ ਹੈਗੇ ਆ, ਜਿਹੜੇ ਸਾਡੀ ਹਲਦੀ ਇੱਥੇ ਵਰਤਦੇ, ਉਹ ਆਪਣੇ ਬੱਚਿਆਂ ਨੂੰ ਜਾਂ ਭੈਣ ਭਰਾਵਾਂ ਨੂੰ ਉੱਥੇ ਜਿਹੜੇ ਬਾਹਰ ਵੀ ਹਲਦੀ ਭੇਜਦੇ ਆ। ਉਹ ਆਏ ਦਿਨ ਸਾਨੂੰ ਕੋਈ ਨਾ ਕੋਈ 2-4 ਆਰਡਰ ਸਾਨੂੰ ਆਉਂਦੇ ਰਹਿੰਦੇ ਆ, ਥੋੜ੍ਹੇ 5-7 ਕਿਲੋ ਦੇ। ਉਹ ਤਕਰੀਬਨ ਹਰ ਬੰਦਾ ਜਿਹੜਾ ਅਮਰੀਕਾ ਕੈਨੇਡਾ ਤੋਂ ਆਰਡਰ ਆਉਂਦੇ ਨੇ? ਹਾਂਜੀ, ਅਮਰੀਕਾ ਕੈਨੇਡਾ ਔਰ ਬੜੇ ਆਸਟ੍ਰੇਲੀਆ ਵਗੈਰਾ ਸਾਰੇ ਬੜੇ ਥਾਂ ਤੋਂ ਆਰਡਰ ਆਉਂਦੇ ਨੇ। ਅਵਾਰਡਸ ਵੀ ਕਹਿੰਦੇ ਤੁਹਾਨੂੰ ਖੇਤੀਬਾੜੀ ਇਸੇ ਵਿੱਚ ਮਿਲੇ ਨੇ ਬਤੌਰ ਕਿਸਾਨ, ਅਗਾਂਹ ਵਧੂ ਕਿਸਾਨ? ਹਾਂਜੀ ਜੀ, ਅਵਾਰਡ ਤੇ ਜਿਹੜੇ ਮੈਨੂੰ ਤਕਰੀਬਨ ਬਲਾਕ ਲੈਵਲ ਤੋਂ ਲੈ ਕੇ ਤੇ ਜ਼ਿਲ੍ਹੇ ਲੈਵਲ ਦੇ, ਸਟੇਟ ਲੈਵਲ ਦਾ ਅਵਾਰਡ ਜਿਹੜਾ ਮੈਨੂੰ ਜਿਹੜਾ ਇਹ ਤਕਰੀਬਨ 2014 ਦੇ ਵਿੱਚ ਮਿਲਿਆ ਸੀਗਾ ਪੰਜਾਬ ਸਰਕਾਰ ਵੱਲੋਂ। ਤੇ ਉਸ ਤੋਂ ਇਲਾਵਾ ਹੁਣ ਆਪਣੇ 2018 ਦੇ ਵਿੱਚ ਮੈਨੂੰ ਆਪਣੇ ਨੈਸ਼ਨਲ ਅਵਾਰਡ ਜਿਹੜਾ ਇਹ ਭਾਰਤ ਖੇਤੀ ਮੰਤਰਾਲੇ ਵੱਲੋਂ ਦਿੱਤਾ ਗਿਆ ਸੀਗਾ, ਜਿਹਦੇ ਵਿੱਚ ਕਿ ਫਸਲਾਂ ਦੀ ਰਹਿੰਦ ਖੂੰਹਦ ਸੰਭਾਲਣ ਵਾਸਤੇ ਕੋਈ ਸਾਡਾ ਇੱਕ ਸੰਦ ਬੈਂਕ ਸਾਡੇ ਕੋਲ ਬਣਿਆ ਵਾ, ਜਿਹਦੇ ਵਿੱਚ ਅਸੀਂ ਕਣਕ ਝੋਨੇ ਪਰਾਲੀ ਨੂੰ ਅੱਗ ਜਿਹੜੇ ਨਹੀਂ ਲਾਉਂਦੇ, ਉਹ ਸਾਰੀ ਰਹਿੰਦ ਖੂੰਹਦ ਵਿੱਚ ਜਿਹੜੀ ਸਾਰੀ ਔਰ ਲਾਉਂਦੇ ਆ। ਉਹਦੇ ਸਾਡੇ ਕੋਲ ਸੰਦ ਬੈਂਕ, ਸਾਡੇ ਕੋਲ ਮਸ਼ੀਨਾਂ ਵੀ ਸਾਡੇ ਕੋਲ ਸਾਰੀਆਂ ਹੈਗੀਆਂ, ਤੇ ਉਹਦੇ ਵਿੱਚ ਵਧੀਆ ਕੰਮ ਅਸੀਂ ਕਰਦੇ। ਬਾਕੀ ਫਾਰਮਰ ਨੂੰ ਵੀ ਅਸੀਂ ਜਿਹੜਾ ਉਹਦੀ ਸਲਾਹ ਦਿੰਦੇ ਰਹੇ ਵੀ ਇਹ ਤੁਸੀਂ ਇਸ ਤਰ੍ਹਾਂ ਕਰੋ। ਉਹਦੇ ਵਿੱਚ ਮੈਨੂੰ ਜਿਹੜਾ ਕਿ ਉਹ ਅਵਾਰਡ ਜਿਹੜਾ ਨੈਸ਼ਨਲ ਅਵਾਰਡ ਮੈਨੂੰ ਅਵਾਰਡ ਵੀ ਤੁਸੀਂ ਜਿੱਤੇ, ਨਾਲ ਖੇਤੀਬਾੜੀ ਹੈ, ਪੈਸਾ ਵੀ ਵਧੀਆ ਕਮਾ ਰਹੇ ਹੋ। ਅੱਛਾ, ਇੱਕ ਗੱਲ ਹੈ, ਜਿਵੇਂ ਆਪਾਂ ਇੱਕ ਸਧਾਰਨ ਜ਼ਿਮੀਂਦਾਰ ਹੈ, ਘਰ ਤੋਂ ਜੋ ਜਿੰਨੀ ਕੁ ਉਹਦੇ ਕੋਲ ਸਮਝ ਹੈ, ਜਿੰਨੀ ਕੁ ਉਹਨੂੰ ਜਾਣਕਾਰੀ, ਜਿੰਨਾ ਕੁ ਉਹਨੇ ਸਿੱਖਿਆ ਆਪਣੇ ਬਜ਼ੁਰਗਾਂ ਤੋਂ, ਉਹਦੇ ਹਿਸਾਬ ਨਾਲ ਖੇਤੀ ਕਰਦਾ ਹੈ। ਪਰ ਤੁਸੀਂ ਇੱਕ ਮਹਿਕਮੇ ਦੇ ਨਾਲ ਜੁੜੇ, ਸਰਕਾਰ ਤੋਂ ਜਿਹੜੀਆਂ ਸਹੂਲਤਾਂ ਮਿਲਦੀਆਂ ਨੇ ਉਹਨਾਂ ਬਾਰੇ ਜਾਣਕਾਰੀ ਲਈ, ਚਾਹੇ ਉਹ ਕਿਤਾਬੀ ਜਾਣਕਾਰੀ ਹੋਵੇ, ਚਾਹੇ ਉਹ ਪ੍ਰੈਕਟੀਕਲ ਜਾਣਕਾਰੀ ਹੋਵੇ, ਫਰਕ ਹੈਗਾ ਜੀ ਕਿਸਾਨੀ ਦਾ। ਇੱਕ ਸਧਾਰਨ ਤੌਰ ਦੇ ਉੱਤੇ ਸਿੱਧੀ ਕਿਸਾਨੀ ਆਪ ਕਰਨੀ, ਔਰ ਦੂਸਰਾ ਇੱਕ ਪੜ੍ਹੇ ਲਿਖੇ ਕਿਸੇ ਡਾਕਟਰ ਦੇ ਕੋਲੋਂ, ਮਾਹਰ ਦੇ ਕੋਲੋਂ ਜਿਹੜੀ ਹੈ ਉਹ ਜਿਹੜੀ ਜਾਣਕਾਰੀ ਲੈਣ ਤੋਂ ਬਾਅਦ ਜਾਂ ਆਪ ਸਟੱਡੀ ਕਰਨ ਤੋਂ ਬਾਅਦ ਉਸ ਚੀਜ਼ ਨੂੰ ਆਪ ਖੇਤਾਂ ਦੇ ਵਿੱਚ ਪ੍ਰੈਕਟੀਕਲੀ ਯੂਜ਼ ਕਰਨਾ, ਉਹਦਾ ਫਰਕ ਪੈਂਦਾ ਜੀ? ਬਿਲਕੁਲ। ਮੈਂ ਵੀ ਇੱਕ ਸਧਾਰਨ ਕਿਸਾਨ ਪਰਿਵਾਰ ਦੇ ਵਿੱਚ ਹੀ ਪੈਦਾ ਹੋਏ ਹਾਂ। ਅਸੀਂ ਆਪਣੇ ਹੱਥੀਂ ਵਾਢੀਆਂ ਕੀਤੀਆਂ, ਸਾਰਾ ਕੁਛ ਹੀ ਕੀਤਾ, ਮਸ਼ੀਨਾਂ ਚਲਾਈਆਂ, ਕਣਕਾਂ ਕੁਤਰੀਆਂ, ਸਾਰੇ ਕੰਮ ਹੀ ਕੀਤੇ ਦੇ ਆ। ਤੇ ਪਹਿਲਾਂ ਜਿੱਦਾਂ ਕਿ ਅਸੀਂ ਕਰਦੇ ਰਹੇ ਹਾਂ, ਛੋਟੇ ਆਮ ਤਰੀਕੇ ਨਾਲ ਹੀ ਬਿਜਲੀ, ਕਣਕ ਛੱਟਾ ਦੇ ਕੇ ਬਿਜਲੀ ਤੇ ਵੱਢ ਲਈ, ਤੇ ਉਹ ਉਨੀ ਕੁ ਪੈਦਾਵਾਰ ਜਿਹੜੀ ਨਹੀਂ ਸੀ ਮਿਲਦੀ। ਮੈਨੂੰ ਇੱਕ ਥੋੜ੍ਹਾ ਜਿਹਾ ਸ਼ੌਂਕ ਸ਼ੁਰੂ ਤੋਂ ਯੂਨੀਵਰਸਿਟੀ ਦੇ ਮੇਲੇ ਵਗੈਰਾ ਦੇਖਣ ਦਾ, ਤੇ ਉਹਦੇ ਵਿੱਚ ਸਾਨੂੰ ਯੂਨੀਵਰਸਿਟੀ ਮੇਲਾ ਲੱਗਿਆ, ਉੱਥੇ ਦੱਸਿਆ ਵੀ ਜਿਹੜੀ ਕਣਕ ਵਾ ਉਹਨੂੰ ਬਿਜਾਈ ਕਰਨੀ ਤੁਸੀਂ ਦਿਲ ਨਾਲ ਕੇਅਰ ਕੇ ਕਰੋ।
ਤੇ ਮੈਂ ਪਹਿਲੇ ਸਾਲ ਹੀ ਉਦਣ ਮਤਲਬ ਤਕਰੀਬਨ ਮਹਿਕਮੇ ਨਾਲ ਜੁੜਨ ਦਾ ਕਿ ਸਾਨੂੰ ਸੁਭਾਗ ਹੋਇਆ ਗਿਆ। ਨਾਲੇ ਤੇ ਆਪਣੇ ਪਹਿਲਾਂ ਪੈਲੀ ਦੀ ਜ਼ਮੀਨ ਦੀ ਮਿੱਟੀ ਟੈਸਟ ਕਰਵਾਈ। ਦੂਜੇ ਨੰਬਰ ਤੇ ਕਣਕ ਦਾ ਸੀਜ਼ਨ ਹੈਗਾ ਤੇ ਅਸੀਂ ਨਾਲ ਹੀ ਨਾ ਇਹਦੀ ਡਿੱਲ ਆਪਣੇ ਕੋਲ ਤਾਂ ਨਹੀਂ ਸੀ, ਕਿਸੇ ਹੋਰ ਕਿਸਾਨ ਕੋਲ ਮੰਗ ਕੇ ਦਿਹਾੜੀ, ਤੇ ਉਹਦੇ ਨਾਲ ਅਸੀਂ ਆਪਣੀ ਬਿਜਾਈ ਕੀਤੀ ਕਣਕ ਦੀ। ਤੇ ਉਹਦੇ ਵਿੱਚ ਤਕਰੀਬਨ ਜਿਹੜਾ ਮੈਨੂੰ ਉਹਦੇ ਵਿੱਚ ਝਾੜ ਜਿਹੜਾ ਦੂਜੇ ਨਾਲੋਂ ਮਤਲਬ ਵਧੀਆ ਝਾੜ ਮਿਲਿਆ। ਜਿਹੜੀ ਕਿ ਅੱਗੇ 15-16 ਕੁਆਂਟਲ ਤੇ ਆਉਂਦੀ ਸੀਗੀ ਤੇ ਮੇਰਾ ਤਕਰੀਬਨ 20 ਕੁਆਂਟਲ ਦੇ ਕਰੀਬ ਅਸੀਂ ਝਾੜ ਨਿਕਲਿਆ। ਅਗਲੇ ਸਾਲ ਮੈਂ ਕੀਤਾ ਆਪਣੀ ਡਿੱਲ ਖਰੀਦੀ। ਆਪਣੀ ਡਿੱਲ ਖਰੀਦੀ ਮਹਿਕਮੇ ਨਾਲ ਸਿਫਾਰਸ਼ ਆਉਣ ਲੱਗੇ, ਜਿਹੜੇ ਡਬਲ ਬਿਜਾਈ ਕਰਦੇ ਉਹਦਾ ਦੂਣਾ ਝਾੜ ਹੋਰ ਝਾੜ ਵੱਧਦਾ ਵਾ। ਫਿਰ ਮੈਂ ਚਲੋ ਤਜਰਬਾ ਕਰਕੇ ਦੇਖ ਲੈਂਦੇ ਆ। ਫਿਰ ਇੱਕ ਕਿੱਲਾ ਅਸੀਂ ਜਿਹੜਾ ਦੋਹਰੇ ਬੀਜ ਕੇ ਦੇਖਿਆ, ਬਾਕੀ ਜਿਹੜੀ ਕਣਕ ਮੇਰੀ 22 ਕੁਆਂਟਲ ਨਿਕਲੀ ਕਿੱਲੇ ਦੀ, ਉਹ 23 ਕੁਆਂਟਲ ਨਿਕਲੀ। ਫਿਰ ਮੈਂ ਸੋਚਿਆ ਵੀ ਇਹਦੇ ਵਿੱਚ ਹੋਰ ਧਿਆਨ ਦੇਣ ਦੀ ਜ਼ਰੂਰਤ ਹੈਗੀ। ਮਹਿਕਮੇ ਨਾਲ ਵੀ ਹੋਰ ਸੰਜੋਗ ਰਾਬਤਾ ਕੀਤਾ, ਇਹਨਾਂ ਨੂੰ ਪੁੱਛਿਆ ਮੈਂ ਇਹ ਕੰਮ ਕੀਤਾ ਤੇ ਮੇਰਾ ਇੰਨਾ ਝਾੜ ਪਿਆ, ਤੇ ਹੁਣ ਦੱਸੋ ਇਹਨੂੰ ਕਿੱਦਾਂ ਮੈਂ ਪੂਰਾ, ਤੁਸੀਂ 22 ਕਹਿੰਦੇ ਹੋ ਵਧੂ ਇਹਨਾਂ ਹੋਇਆ ਨਹੀਂ। ਫਿਰ ਮੈਂ ਅਗਲੇ ਸਾਲ ਫਿਰ ਕੀਤਾ ਤਜਰਬਾ। ਫਿਰ ਉਹ ਜਿਹੜੀਆਂ ਵਿੱਚ ਕਮੀਆਂ ਪੇਸ਼ੇ ਰਹਿੰਦੀਆਂ ਉਹ ਪੂਰੀਆਂ ਕੀਤੀਆਂ, ਤੇ ਉਹ ਮੇਰਾ ਇੱਕ ਪਾਸੇ 22 ਝਾੜ ਤੇ ਇੱਕ ਪਾਸੇ 24 ਕੁਆਂਟਲ ਝਾੜ ਜਿਹੜਾ ਮੇਰੇ ਸਭ ਤੋਂ ਵਧੀਆ ਝਾੜ ਮੈਨੂੰ ਉਹ ਲੱਗਦਾ ਕਿ ਜਿਹੜਾ ਮੈਂ 24 ਕੁਆਂਟਲ ਦਾ ਗਿਆ ਝਾੜ ਲਿਆ। ਫਿਰ ਮੈਂ ਕਿ ਮੇਰੇ ਅੱਧਾ ਪਿੰਡ ਜਿਹੜਾ ਉਹ ਡਬਲ ਬਿਜਾਈ ਦੋਹਰੇ ਪਾਸੇ ਬਿਜਾਈ ਜਿਹੜੀ ਕਰਨੀ ਸ਼ੁਰੂ ਕਰ ਦਿੱਤੀ, ਤੇ ਕਾਫੀ ਵਧੀਆ ਜਿਹੜੇ ਝਾੜ ਇੱਥੋਂ ਮਿਲਣ ਲੱਗ ਪਏ। ਖੁਸ਼ ਹੋ, ਕਿਸਾਨੀ ਤੋਂ ਖੁਸ਼ ਹੋ ਜਿਸ ਤਰੀਕੇ ਦੇ ਨਾਲ ਚੱਲ ਰਿਹਾ ਕਾਰੋਬਾਰ। ਇਹ ਕਿਸਾਨੀ ਬੀਜਣ ਤੋਂ ਲੈ ਕੇ ਪੈਕਟਾਂ ਤੱਕ ਅੱਜ ਖੁਦ ਇੱਕ ਫੈਕਟਰੀ ਦੇ ਮਾਲਕ ਬਣ ਰਹੇ ਹੋ, ਭਾਵੇਂ ਇਹ ਹਵੇਲੀ ਦੇ ਵਿੱਚ ਹੀ ਫੈਕਟਰੀ ਲਗਾਈ ਹੈ। ਹਾਂ ਬਿਲਕੁਲ, ਇਸ ਚੀਜ਼ ਤੋਂ ਖੁਸ਼ੀ ਵੀ ਇੱਕ ਮਹਿਸੂਸ ਹੁੰਦੀ ਆ, ਤੇ ਦੂਜਾ ਇੱਕ ਚੀਜ਼ ਦਾ ਮਾਣ ਵੀ ਹੈਗਾ ਵੀ ਅਸੀਂ ਮਿਹਨਤ ਆਪ ਕੀਤੀ ਹੈ, ਕਰਨ ਰਹੇ ਹਾਂ, ਅਸੀਂ ਸਰਕਾਰਾਂ ਨਿਰਭਰ ਨਹੀਂ ਹੈਗੇ ਆ। ਤੇ ਦੂਜੀ ਗੱਲ ਹੈ ਕਿ ਅਸੀਂ ਇਹ ਜਿੰਨਾ ਕੁਛ ਕੀਤਾ ਸਾਰਾ ਮਹਿਕਮੇ ਦੇ ਸੰਯੋਗ ਦੇ ਨਾਲ ਕੀਤਾ। ਸਾਨੂੰ ਜਿੱਥੇ ਵੀ ਕੋਈ ਮੁਸ਼ਕਲ ਆਉਂਦੀ ਜਾਂ ਕੋਈ ਲੱਗਦਾ ਵੀ ਇਹਦੇ ਵਿੱਚ ਸਾਡੇ ਕਮੀ ਪੇਸ਼ੀ ਰਹਿ ਗਈ ਆ, ਤੇ ਉੱਥੇ ਅਸੀਂ ਮਹਿਕਮੇ ਜਿਹੜੇ ਮਹਿਕਮਾ ਉਹਦੇ ਨਾਲ ਰਿਲੇਟਡ ਹੁੰਦਾ ਉਹਦੇ ਵਿੱਚ ਉਹਦਾ ਪੂਰੀ ਜਾਣਕਾਰੀ ਹਾਸਲ ਕਰਦੇ, ਜਿੱਥੋਂ ਤੱਕ ਮਹਿਕਮਾ ਸਾਡਾ ਪੂਰੇ ਸਹਿਯੋਗ ਦੇ ਵਿੱਚ ਕਰਦਾ। ਸਾਡੀ ਇੱਦਾਂ ਕਿ 2008 ਦੇ ਵਿੱਚ ਅਸੀਂ ਆਪਣੀ ਹਲਦੀ ਦਾ ਨਾ ਸੈਂਪਲ ਭੇਜਿਆ ਸੀ ਲੁਧਿਆਣਾ ਯੂਨੀਵਰਸਿਟੀ, ਉੱਥੋਂ ਸਾਨੂੰ ਦੂਜਾ ਨੰਬਰ ਉਹਦੇ ਵਿੱਚ ਪ੍ਰਾਪਤ ਹੋਇਆ ਸੀਗਾ। ਪੰਜਾਬ 'ਚ ਦੂਜੇ ਨੰਬਰ 'ਤੇ ਅਸੀਂ ਆਏ ਸੀਗੇ, ਤੇ ਕੁਝ ਫਾਰਮਰ ਉਹ ਜਿਹੜੇ ਪਹਿਲੇ ਨੰਬਰ 'ਤੇ ਆਏ ਸੀ। ਫਿਰ ਮੈਂ ਸੋਚਿਆ ਵੀ ਅਸੀਂ ਦੂਜੇ 'ਤੇ ਕਿਉਂ ਆਏ ਹਾਂ, ਕਿੱਥੇ ਸਾਡੀ ਕਮੀ ਰਹਿ ਗਈ। ਫਿਰ ਅਸੀਂ ਇਹਨਾਂ ਨੂੰ ਖੇਤੀਬਾੜੀ ਜੋ ਆਪਣੇ ਯੂਨੀਵਰਸਿਟੀ ਕ੍ਰਿਸ਼ੀ ਵਿਗਿਆਨ ਕੇਂਦਰ ਗੁਰਦਾਸਪੁਰ ਵਾਲਿਆਂ ਨੂੰ ਇਹਨਾਂ ਨੂੰ ਇੱਥੇ ਦੱਸਿਆ। ਇਹਨਾਂ ਨੇ ਮੁੜ ਕੇ ਯੂਨੀਵਰਸਿਟੀ ਤੇ ਲੁਧਿਆਣੇ ਰਾਬਤਾ ਕੀਤਾ। ਉੱਥੇ ਦੇ ਜਿਹੜੇ ਸਾਇੰਟਿਸਟ ਵਗੈਰਾ ਜਿਹੜੇ ਇਹਦੇ ਮਾਹਿਰ ਸੀਗੇ ਉਹ ਆਏ, ਉਹਨਾਂ ਨੇ ਆ ਕੇ ਦੇਖਿਆ ਸਾਡੇ ਕਿੱਥੇ ਇਹਦੇ 'ਚ ਕੀ ਕਮੀ ਹੈਗੀ ਆ। ਉਹ ਗ੍ਰੈਂਡਿੰਗ ਦੇ ਵਿੱਚ ਕਮੀ ਸੀ, ਜੇ ਆ ਕੇ ਉਹਨਾਂ ਦੇਖਿਆ ਕਹਿੰਦੇ ਜਾਲੀਆਂ ਆਪਣੀ ਚੇਂਜ ਕਰੋ। ਉਹ ਕੀਤੀਆਂ, ਜਾਲੀਆਂ ਚੇਂਜ ਕਰਨ ਤੋਂ ਬਾਅਦ ਮੁੜ ਕੇ ਅਗਲੇ ਸਾਲ ਕਰਾ ਸਾਡਾ ਜਿਹੜਾ ਉਹ ਮਤਲਬ ਪਹਿਲੇ ਨੰਬਰ 'ਤੇ ਸੀ। ਪੰਜਾਬ ਤੋਂ ਪਹਿਲੇ ਨੰਬਰ ਤੇ ਹਲਦੀ ਪਹਿਲੇ ਨੰਬਰ 2009 ਦੇ ਵਿੱਚ ਇਹ ਪਹਿਲੇ ਨੰਬਰ ਦੇ ਵਿੱਚ ਇੱਥੇ ਆ ਗਏ ਤੇ ਹਾਲੀ ਦੇ ਵਿੱਚ ਪਹਿਲੇ ਨੰਬਰ 'ਤੇ। ਅੱਛਾ, ਆਖਰੀ ਸਵਾਲ ਲਊਂਗਾ ਮੈਂ। ਇਹ ਰਿਸਕ ਮੰਨਦੇ ਆ ਜਦੋਂ ਆਪਾਂ ਕਣਕ ਤੇ ਝੋਨੇ ਦੀ, ਹਾਲਾਂਕਿ ਕਣਕ ਤੇ ਝੋਨੇ ਦੇ ਵਿੱਚ ਵੀ ਉਨਾ ਹੀ ਰਿਸਕ ਹੈ, ਖਰਚਾ ਵੱਧ ਹੈ, ਮੈਨੂੰ ਲੱਗਦਾ ਉਹਦੇ ਵਿੱਚ ਪਾਣੀ ਵੀ ਵੱਧ ਲੱਗਦਾ ਹੈ, ਮਿਹਨਤ ਵੀ ਵੱਧ ਲੱਗਦੀ, ਖਰਚਾ ਵੀ ਵੱਧ ਹੈ। ਪਰ ਫਿਰ ਵੀ ਅੱਜ ਕੱਲ੍ਹ ਜਿਹੜੀ ਕਿਸਾਨ ਦੇ ਮੈਨੂੰ ਲੱਗਦਾ ਵੀ ਮਨ ਦੇ ਵਿੱਚ ਇੱਕ ਡਰ ਹੈ ਵੀ ਜੇ ਮੈਂ ਕਣਕ ਤੇ ਝੋਨੇ ਦੀ ਫਸਲ ਛੱਡੀ ਕੋਈ ਹੋਰ ਫਸਲ ਅਪਣਾਊਂਗਾ ਤਾਂ ਮੇਰਾ ਰਿਸਕ ਹੋ ਜਾਊਗਾ। ਕਿੰਨਾ ਕੁ ਰਿਸਕ ਹੈ? ਦੇਖੋ, ਕਿਸਾਨ ਦੇ ਮਨ ਦੇ ਵਿੱਚ ਇੱਕ ਰਿਸਕ ਜਿਹੜਾ ਹੈ ਵੀ ਜਾਇਜ਼ ਹੈਗਾ ਵਾ। ਕੁਝ ਜਦੋਂ ਕਿਸੇ ਨਵੀਂ ਫਸਲ ਵੱਲ ਜਾਣਾ ਤੇ ਜਿਹਦੇ ਵਾਸਤੇ ਬੜਾ ਕੁਝ ਸਾਨੂੰ ਨਵਾਂ ਸਿੱਖਣਾ ਪੈਣਾ, ਨਵਾਂ ਕਰਨਾ ਪੈਣਾ। ਤੇ ਉਹਦੇ ਵਿੱਚ ਇਹ ਹੈ ਕਿ ਜਦੋਂ ਕਿਸਾਨ ਦੀ ਹਾਲਤ ਪਹਿਲਾਂ ਬੜੀ ਮਾੜੀ ਹੈਗੀ, ਜਦੋਂ ਦੂਜੀ ਫਸਲ ਵੱਲ ਜਾਂਦਾ ਵਾ ਤੇ ਉਹਦੇ ਵਿੱਚ ਜੇ ਉਹਦਾ ਉਧਰੋਂ ਨੁਕਸਾਨ ਹੋ ਗਿਆ ਤਾਂ ਉਹ ਅੱਗੇ ਨਾਲ ਵੀ ਜ਼ਿਆਦਾ ਟੁੱਟ ਜਾਂਦਾ। ਇਸ ਕਰਕੇ ਤੇ ਮੈਂ ਵੀ ਕਿਸਾਨ ਭਰਾਵਾਂ ਨੂੰ ਇਹ ਬੇਨਤੀ ਕਰਾਂਗਾ ਕਿ ਤੁਸੀਂ ਜੇ ਆਪਣੀ ਫਸਲ ਭਿੰਤਾ ਬਦਲਣੀ ਥੋੜ੍ਹੀ ਰਕਬੇ 'ਚ ਬਦਲ ਕੇ ਦੇਖੋ, ਜਿਹਦੇ ਵਿੱਚ ਝਟਕਾ ਲੱਗੇ ਤੇ ਜ਼ਿਆਦਾ ਨਹੀਂ ਬੰਦਾ ਮਹਿਸੂਸ ਕਰਦਾ। ਬਾਕੀ ਇਹ 'ਚ ਮਿਹਨਤ ਵੱਧ ਹੁੰਦੀ ਆ। ਮਿਹਨਤ ਦੇ ਵਿੱਚ ਇਹ ਆ ਕਿ ਸਾਨੂੰ ਮਿਹਨਤ ਵੱਖਰੀ ਤਰ੍ਹਾਂ ਦੀ ਮਿਹਨਤ ਹੈਗੀ ਆ। ਮਿਹਨਤ ਇਹ ਆ ਕਿ ਸਾਨੂੰ ਇਹ ਚੀਜ਼ ਆਪ ਵੇਚਣੀ ਪੈਣੀ ਆ, ਇਹਦੀ ਗ੍ਰੇਡਿੰਗ ਕਰਨੀ ਪੈਣੀ ਆ। ਗ੍ਰੇਡਿੰਗ ਕਰਕੇ ਆਪ ਵੇਚਾਂਗੇ, ਸਾਨੂੰ ਉਹਦਾ ਮੁਨਾਫਾ ਜਿਹੜਾ ਸਿੱਧਾ ਸਾਡੀ ਜੇਬ 'ਚ ਪੈਸੇ ਆਉਂਦੇ ਆ। ਇੱਕ ਪੈਸੇ ਲਗਾਤਾਰ ਆਉਂਦੇ ਆ। ਹੁਣ ਜਿਹੜੇ ਕਿ ਕਣਕ ਝੋਨੇ ਨਾਲੋਂ ਜਿਹੜੇ ਕੰਮ ਅਸੀਂ ਕਰਾਂਗੇ ਤੇ ਅਸੀਂ ਜਿੱਦਾਂ ਹੁਣ ਹਲਦੀ ਪੁੱਟਦੇ ਆ, ਪੁੱਟਣ ਤੋਂ ਬਾਅਦ 'ਚ ਮਾਂਹ ਬੀਜ ਦਿੱਤੇ ਆ। ਮਾਂਹ ਬੀਜ ਦਿੰਦੇ, ਮਾਂਹ ਸਾਡੇ ਜਿਹੜੇ ਤਕਰੀਬਨ ਉਹ 5 ਕੁਆਂਟਲ ਲਗਭਗ ਜਿਹੜੇ ਕਿੱਲੇ ਨਿਕਲ ਜਾਂਦੇ ਆ। ਤੇ ਇਸ ਵੇਲੇ ਜਿਹੜਾ 100 ਰੁਪਏ ਕਿਲੋ ਦਾ ਰੇਟ ਸਾਡਾ ਚਲਾਉਂਦੇ ਆ ਵਾ, ਤੇ 50,000 ਦੇ ਸਾਡੇ ਮਾਂਹ ਹੋ ਗਿਆ। ਤੇ ਇੱਕ ਦੇਖੋ ਕਣਕ ਨਾਲੋਂ 2 ਮਹੀਨੇ ਦੀ ਫਸਲ ਕਣਕ ਜਿੰਨੇ ਪੈਸੇ ਉਹਦੇ ਵਿੱਚੋਂ ਕੱਢ ਗਏ ਆ। ਸਾਡੀ ਇੱਕ ਹਲਦੀ ਫਸਲ, ਇੱਕ ਮਾਂਹ ਦੀ 2 ਫਸਲਾਂ ਸਾਡੀਆਂ ਜਿਹੜੀ ਕਿ ਹੁਣ ਬਣ ਜਾਂਦੀਆਂ। ਤੇ ਦੂਜੀ ਗੱਲ ਉੱਥੇ ਫਿਰ ਇੱਕ ਆਖ ਲੋ ਜਾਂਦੀ ਕਿ ਜੇ ਅਸੀਂ ਇਹਨੂੰ ਫਿਰ ਕਿਸੇ ਨੂੰ ਦੇ ਤਾਂ ਮੰਡੀ ਵੇਚ ਦਿੱਤੇ, ਸਾਡੇ ਪੱਲੇ ਫਿਰ ਕੁਛ ਨਹੀਂ ਪੈਣਾ, ਫਿਰ ਸਾਨੂੰ ਉੱਥੇ ਰੁਪਈਏ 50 ਹੀ ਮਿਲਣੇ ਆ। ਜੇ ਅਸੀਂ ਇਹਨੂੰ ਆਪ ਵੇਚਾਂਗੇ, ਆਪਣੇ ਆਲੇ ਦੁਆਲੇ ਦੇਖੋ ਸਾਡੇ ਪਿੰਡ ਦੇ ਸਾਰੇ ਲੋਕਾਂ ਦੇ ਘਰਾਂ ਦਾਲ ਬਣਦੀ ਆ, ਉਹਨਾਂ ਨੂੰ ਜ਼ਰੂਰਤ ਹੈਗੇ, ਇਹਨਾਂ ਨੂੰ ਦਿਓ, ਨਾਲ ਦੇ ਪਿੰਡਾਂ ਨੂੰ ਦਿਓ। ਅਸੀਂ ਮੰਡੀ 'ਚ ਨਾ ਸੁੱਟੀਏ, ਮੰਡੀ 'ਚ ਨਾ ਦਈਏ, ਆਪ ਵੇਚੀ ਛੋਟੇ ਪੈਕਟ ਬਣਾ ਕੇ। ਕੁਛ ਜ਼ਿਆਦੀਆਂ ਮਹਿੰਗੀਆਂ ਨਹੀਂ, 1000 ਰੁਪਏ ਦੀ ਮਸ਼ੀਨ ਆ ਜਿਹਨੇ ਸੀਲ ਕਰਨੀ, ਲਿਫਾਫੇ ਸੀਲ ਹੋ ਜਾਂਦੇ। ਲਿਫਾਫੇ ਆਮ ਦੁਕਾਨਾਂ ਤੋਂ ਬਾਜ਼ਾਰੋਂ ਮਿਲ ਜਾਂਦੇ ਆ, ਲਿਫਾਫੇ ਲੈ ਕੇ ਆਪ ਸੀਲ ਕਰਕੇ ਉਹਦੀ ਵਧੀਆ ਗ੍ਰੇਡਿੰਗ ਕਰਕੇ ਪੈਕਿੰਗ ਕਰਕੇ ਇਹਨਾਂ ਵੀ ਗੰਦਾ ਬੰਦਾ ਮਾਲ ਵਿੱਚ ਪਾ ਕੇ ਦਿਓਗੇ ਤੇ ਫਿਰ ਕਿਸੇ ਨੇ ਨਹੀਂ ਲੈਣੀ। ਜੇ ਵਿੱਚੋਂ ਥੋੜੀ ਵੇਸਟ ਵੀ ਜਾਂਦੀ ਹੈ ਤਾਂ ਕੋਈ ਗੱਲ, ਤੁਹਾਡੇ ਕੰਮ ਹੈ, ਤੁਹਾਡੇ ਪਸ਼ੂਆਂ ਦੇ ਮੁੜ ਕੇ ਪਾਉਣ ਦੇ ਕੰਮ ਆ ਜਾਂਦੀ ਆ। ਉਹ ਬਿਲਕੁਲ ਵਧੀਆ ਤਰੀਕੇ ਤਿਆਰ ਕਰਕੇ ਦੋਗੇ, ਗਾਹਕ ਅਗਲੀ ਵਾਰ ਤੁਹਾਡੇ ਕੋਲ ਆਪ ਹੱਸ ਕੇ ਆਊਗਾ, ਯਾਰ ਮੈਨੂੰ ਇਹੋ ਮਾਂ ਦੇ, ਮੈਂ ਖਾਣੇ ਆ। ਕਿਤੇ ਸ਼ਰਮ ਕਰ ਜਾਂਦੇ ਆਪਾਂ ਵੀ ਆਪ ਕਿੱਦਾਂ ਜਾਵਾਂਗੇ, ਵੇਚਾਂਗੇ ਕਿਵੇਂ,
ਸਾਡੇ ਕਿਸਾਨਾਂ ਦੀ ਕਿਹੋ ਸਭ ਤੋਂ ਮਾੜੀ ਗੱਲ ਆ ਕਿ ਅਸੀਂ ਜੇ ਕੋਈ ਇੰਨੀ ਗਰਮੀ ਦੇ ਵਿੱਚ ਤੂੜੀਆਂ ਬਣਾ ਰਹੇ ਬਾਹਰ ਕਣਕਾਂ ਵੱਢਦੇ ਆ ਸਾਰਾ ਕੁਝ ਕਰਦੇ ਆ ਮਿੱਟੀ ਘੱਟੋ ਘੱਟੀ ਹੋਏ ਹੁੰਦੇ ਆ ਉੱਥੇ ਸਾਨੂੰ ਸ਼ਰਮ ਕੋਈ ਨਹੀਂ ਆਉਂਦੀ ਕਰਦੇ ਆ ਜਾਂ ਰਾਤ ਪਾਣੀ ਲਾਉਂਦੇ ਆ ਦਿਨੇ ਲਾਉਂਦੇ ਆ ਧੁੱਪ ਦੇ ਵਿੱਚ ਫਿਰਦੇ ਆ ਤੇ ਜਦੋਂ ਅਸੀਂ ਇੱਕ ਚੀਜ਼ ਵੇਚਣੀ ਹੁੰਦੀ ਉਹਲੇ ਕਹਿੰਦੇ ਜੇ ਸਾਨੂੰ ਲੋਕੀ ਕੀ ਕਹਿਣਗੇ ਇਹ ਫੇਰੀ ਲਾਉਣ ਵਾਲਾ ਇੱਕ ਰੇਹੜੀ ਵਾਲਾ ਵਾ ਇਹ 'ਚ ਸ਼ਰਮ ਮਹਿਸੂਸ ਕਰਨ ਵਾਲੀ ਕੋਈ ਗੱਲ ਨਹੀਂ ਅਸੀਂ ਵੀ ਇਸੇ ਦੌਰ 'ਚੋਂ ਨਿਕਲੇ ਹੈਗੇ ਆ ਪਹਿਲਾਂ ਥੋੜਾ ਲੱਗਦਾ ਵਾ ਕੋਈ ਐਡੀ ਗੱਲ ਨਹੀਂ ਗੀ ਜਦੋਂ ਸਾਡੀ ਜੇਬ 'ਚ ਪੈਸੇ ਪੈਂਦੇ ਸਾਨੂੰ ਆਪਣੇ ਆਪ ਖੁਸ਼ੀ ਮਹਿਸੂਸ ਹੁੰਦੀ ਆ ਸਾਡੇ ਇੱਥੇ ਖੇਤੀਬਾੜੀ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਸਹਿਯੋਗ ਨਾਲ ਗੁਰਦਾਸਪੁਰ ਇੱਕ ਕਿਸਾਨ ਬਾਜ਼ਾਰ ਅਸੀਂ ਲਾਉਂਦੇ ਆ ਉਹਦੇ ਵਿੱਚ ਹਫ਼ਤੇ 'ਚ ਪਹਿਲਾਂ ਸਾਡੇ ਇੱਕ ਦਿਨ 2 ਦਿਨ ਲਾਉਂਦੇ ਵਿੱਚ ਸਬਜ਼ੀਆਂ ਵਾਲੇ ਫਾਰਮਰ ਵੀ ਆਉਂਦੇ ਆ ਉਹਨਾਂ ਸਾਡੇ ਚੰਗੇ ਟੌਪ ਦੇ ਜਿਹੜੇ ਸ਼ਹਿਰ ਦੇ ਜਿਹੜੇ ਹੈਗੇ ਆ ਬੰਦੇ ਸਾਡੇ ਨਾਲ ਉਹ ਜੁੜੇ ਸਾਡੇ ਨਾਲ ਹੈਗੇ ਆ ਉਹ ਸਾਡੇ ਕੋਲ ਆ ਕੇ ਤੇ ਵਧੀਆ ਚੀਜ਼ਾਂ ਜਿਹੜੀ ਸਾਡੀ ਖਰੀਦ ਕਰਦੇ ਸਾਰੀ ਪੁੱਛ ਕੇ ਸਾਡੇ ਕੋਲ ਕਰਦੇ ਆ ਉਹਨਾਂ ਨੂੰ ਚੀਜ਼ਾਂ ਚੰਗੀਆਂ ਲੱਗਦੀਆਂ ਵਾ ਉਹ ਦੁਬਾਰਾ ਸਾਡੇ ਕੋਲ ਫਿਰ ਤਾਂ ਆਉਂਦੇ ਆ ਤੇ ਇਸ ਕਰਕੇ ਜੇ ਸ਼ਰਮ ਮਹਿਸੂਸ ਕਰਨ ਵਾਲੀ ਕੋਈ ਗੱਲ ਨਹੀਂ ਗੀ ਤਾਂ ਇਹ ਜੀ ਕੋਈ ਗੱਲ ਹੈਗੀ ਆ ਜੇ ਅਸੀਂ ਆਪ ਚੀਜ਼ ਆਪਣੀ ਸਾਨੂੰ ਪਤਾ ਵੀ ਸਾਡੇ 'ਚ ਚੀਜ਼ ਕਿੰਨਾ ਦਮ ਹੈਗਾ ਵਾ ਤੇ ਲੋਕਾਂ ਨੂੰ ਸਾਡੀ ਚੀਜ਼ ਪਸੰਦ ਆਉਂਦੀ ਲੋਕੀ ਸਾਡੇ ਨਾਲ ਸਿੱਧੇ ਜੁੜਦੇ ਆ ਉਸ ਚੀਜ਼ ਠੀਕ ਹੈ ਨਾ ਇਹ ਜਿਹੜਾ ਜ਼ਰੂਰ ਕਰੋ ਤੇ ਆਪੂ ਮੰਡੀ 'ਚ ਸੁੱਟਣ ਵਾਲੀ ਫਸਲ ਨੂੰ ਥੋੜੀ ਘਟਾ ਦਿਓ ਤੇ ਜਿਹੜੀ ਆਪ ਵੇਚਣ ਵਾਲੀ ਉਹਨੂੰ ਕਰੋ ਕੁਝ ਜੋ ਸਰਕਾਰਾਂ ਕਰਨ ਰਹੀਆਂ ਤੁਹਾਡੇ ਸਾਹਮਣੇ ਸਾਰਾ ਕੁਝ ਹੈਗਾ ਤੇ ਇਹਦਾ ਹੀ ਆਪਣੇ ਥੋੜਾ ਕਰਨ ਲੱਗ ਸੀ ਕਿ ਜੇ ਕੱਲ੍ਹ ਨੂੰ ਸਾਨੂੰ ਕਿ ਬੱਚੇ ਮਾਰ ਪਵੇ ਤੇ ਅਸੀਂ ਭੁੱਖੇ ਮਰਨਾ ਸਾਡੇ ਨੌਬਤ ਨਾ ਆਵੇ ਅਸੀਂ ਕੁਝ ਨਾ ਕੁਝ ਕਰਦੇ ਹੋਵਾਂਗੇ ਸਾਡੇ ਕੋਲ ਲੋਕ ਆਪ ਚੀਜ਼ ਮੰਗਣ ਆਉਂਦੇ ਆ ਅਸੀਂ ਵੇਚਦੇ ਨਹੀਂ ਜਾਂਦੇ ਮੰਗਣ ਲੋਕੀ ਆਪ ਆਖਰੀ ਸਵਾਲ ਮੇਰੇ ਮਨ 'ਚ ਇੱਕ ਹੋਰ ਰਹਿ ਗਿਆ ਸਿਰਫ 2 ਲਾਈਨਾਂ ਦੇ ਵਿੱਚ ਜਵਾਬ ਦਿਓ ਜਦੋਂ ਹਲਦੀ ਦੀ ਫਸਲ ਸ਼ੁਰੂ ਕੀਤੀ ਆਪਣੇ ਸੰਦ-ਬੰਦ ਸਾਰੇ ਸੀਗੇ ਕਿ ਉਸ ਤੋਂ ਬਾਅਦ ਖਰੀਦੇ ਸਾਰੇ ਨਹੀਂ ਉਹਦਾ ਸੰਦ-ਬੰਦ ਸਾਡੇ ਕੋਲ ਕੋਈ ਨਹੀਂ ਸੀ ਉਹਦਾ ਸਿਰਫ ਅਸੀਂ ਖਾਲੀ ਸਾਡੇ ਕੋਲ ਹੈਗਾ ਇਹ ਸੰਦ ਸਾਰੇ ਮਸ਼ੀਨਾਂ ਵੀ ਬਾਅਦ ਵਿੱਚ ਤਿਆਰ ਕੀਤੀਆਂ ਵਾ ਤੇ ਜਿਹੜੇ ਟਰੈਕਟਰ ਵਗੈਰਾ ਸਭ ਕੁਝ ਟਰੈਕਟਰ ਵੀ ਸਾਡੇ ਕੋਲ ਛੋਟਾ ਟਰੈਕਟਰ ਹੈਗਾ ਤੇ ਟਰੈਕਟਰ ਵੀ ਬਾਅਦ ਵਿੱਚ ਜਿਹੜੇ ਖਰੀਦੇ ਜਿਹੜੇ ਕੀਤੇ ਆ ਕੋਈ ਖਰੀਦੇ ਕੋਈ ਕਿੱਦਾਂ ਖਰੀਦੇ ਆ ਮਤਲਬ ਕਿ ਇਹਦੇ ਜ਼ਿਆਦਾ ਪੈਸਾ ਵੀ ਅਸੀਂ ਜਿਹੜਾ ਚ ਨਹੀਂ ਲਾਇਆ ਗਰੁੱਪਾਂ ਦੇ ਤੌਰ ਤੇ ਲਏ ਜਾਂ ਕੋਈ ਸੰਦ ਸਾਰੇ ਸਾਡੇ ਕੋਲ ਆਈਟਮ ਹੈਗੇ ਇਹ ਤੋਂ ਜੱਟ ਤੱਕ ਮੇਰੇ ਹਲਦੀ ਨੇ ਫਿਰ ਲਹਿਰਾਂ ਵਹਿਰਾਂ ਕਰਾਈਆਂ ਹਲਦੀ ਸਾਰੇ ਕੇਅਰ ਕਰ ਪਾ ਰਹੇ ਹਲਦੀ ਨਾਲ ਮੇਰੇ ਕੋਲ ਸ਼ਹਿਦ ਮੱਖੀ ਫਾਰਮ ਦਾ ਵੀ ਕੰਮ ਹੈਗਾ ਵਾ ਮੇਰੇ ਕੋਲ 100 ਬਕਸਾ ਮੱਖੀਆਂ ਦਾ ਵੀ ਹੈਗਾ ਉਹ ਜਿੰਨੀ ਸ਼ਹਿਦ ਹੁੰਦੀ ਸ਼ਹਿਦ ਦੀ ਜਿੰਨੀ ਸਾਰੀ ਆਪ ਫਿਲਟਰ ਕਰਕੇ ਆਪ ਪ੍ਰੋਸੈਸ ਕਰਕੇ ਆਪ ਪੈਕਿੰਗ ਕਰਕੇ ਸਾਰਾ ਆਪ ਸੇਲ ਕਰਦੇ ਸਾਰੇ ਗੱਲਬਾਤ ਕਰਨ ਲਈ ਗੁਰਜਲ ਸਿੰਘ ਜੀ ਬਹੁਤ ਬਹੁਤ ਧੰਨਵਾਦ ਔਰ ਇਹੀ ਆਸ ਕਰਦੇ ਹਾਂ ਵੀ ਤੁਹਾਡੇ ਵੱਲ ਦੇਖ ਕੇ 2-4 ਕਿਸਾਨ ਭਰਾ ਹੋਰ ਇਸ ਗੱਲ ਦਾ ਫਾਇਦਾ ਲੈਣਗੇ ਇਹਨਾਂ ਗੱਲਾਂ ਦੇ ਨਾਲ ਆਪਣੇ ਤਜਰਬਾ ਕਰਨਗੇ ਸਲਾਹ ਇਹੀ ਹੈ ਵੀ ਜੇਕਰ ਤੁਸੀਂ ਖੇਤੀ ਵਿਭਿੰਨਤਾ ਦੇ ਵੱਲ ਜਾਣਾ ਹੈ ਜਾਂ ਫਿਰ ਆਪਣੀ ਜਿਹੜੀ ਵੱਧ ਮੁਨਾਫਾ ਕਮਾਉਣਾ ਹੈ ਤਾਂ ਮੁਨਾਫੇ ਦਾ ਯਕਦਮ ਵੱਡਾ ਲਾਲਚ ਨਾ ਕੀਤਾ ਜਾਵੇ ਸ਼ਰਮ ਨਾ ਕੀਤੀ ਜਾਵੇ ਆਪਣੀ ਫਸਲ ਖੁਦ ਮਾਰਕੀਟਿੰਗ ਕਰੋ ਉਸ ਦੀ ਜਿਵੇਂ ਇਹਨਾਂ ਨੇ ਦੱਸਿਆ ਵੀ ਮਾਂ ਵੀ ਅਸੀਂ ਖੁਦ ਵੇਚੇ ਨੇ ਹਲਦੀ ਵੀ ਖੁਦ ਵੇਚਦੇ ਹਾਂ ਔਰ ਸ਼ਹਿਦ ਵੀ ਖੁਦ ਵੇਚਦੇ ਹਾਂ ਤਾਂ ਇਸ ਚੀਜ਼ ਨੂੰ ਪਾਸੇ ਰੱਖ ਕੇ ਆਪਣੀ ਫਸਲ ਦਾ ਜੇਕਰ ਅਸਲੀ ਮੁੱਲ ਲੈਣਾ ਤਾਂ ਤੁਸੀਂ ਖੁਦ ਵੇਚੋ ਲੋਕਾਂ ਦੇ ਨਾਲ ਰਾਬਤਾ ਖੁਦ ਕਾਇਮ ਕਰੋ ਇਹਦੇ ਵਿੱਚ ਸ਼ਰਮ ਕਰਨ ਵਾਲੀ ਕੋਈ ਗੱਲ ਨਹੀਂ ਔਰ ਦੂਸਰੀ ਗੱਲ ਜੇ ਤਜਰਬਾ ਕਰਨਾ ਕਿਸੇ ਨਵੀਂ ਫਸਲ ਦਾ ਤਾਂ ਮੈਂ ਥੋੜੀ ਜ਼ਮੀਨ ਦੇ ਟੁਕੜੇ ਦੇ ਉੱਤੇ ਬਿਲਕੁਲ ਥੋੜਾ ਪਹਿਲਾਂ ਉਸ ਦਾ ਤਜਰਬਾ ਕਰਕੇ ਦੇਖੋ ਜੇਕਰ ਕੁਝ ਨਹੀਂ ਸਮਝ ਆਉਂਦਾ ਤਾਂ ਜਿਵੇਂ ਗੁਰਦਿਆਲ ਸਿੰਘ ਜੀ ਹੋਰਾਂ ਨੇ ਜਾਣਕਾਰੀ ਦਿੱਤੀ ਹੈ ਇਸੇ ਤਰੀਕੇ ਦੇ ਨਾਲ ਖੇਤੀਬਾੜੀ ਵਿਭਾਗ ਦੇ ਨਾਲ ਤੁਸੀਂ ਰਾਬਤਾ ਕਾਇਮ ਕਰ ਸਕਦੇ ਹੋ ਜਾਂ ਫਿਰ ਜਿਸ ਤਰੀਕੇ ਦੇ ਨਾਲ ਨਬਾਰਡ ਵਰਗੀਆਂ ਏਜੰਸੀਜ਼ ਕੰਮ ਕਰ ਰਹੀਆਂ ਨੇ ਉਹਨਾਂ ਤੋਂ ਮਦਦ ਲੈ ਸਕਦੇ ਹੋ ਸੁਰੱਖਿਆ ਵਰਗੀਆਂ ਏਜੰਸੀਜ਼ ਜਿਹੜੀਆਂ ਤੁਹਾਡੀ ਜਿਹੜੀ ਨਬਾਰਡ ਹੈ ਉਹ ਸਬਸਿਡੀ ਵੀ ਤੁਹਾਨੂੰ ਦਿੰਦੀ ਹੈ ਤਾਂ ਕੁੱਲ ਮਿਲਾ ਕੇ ਵੱਡੀ ਗੱਲ ਇਹੀ ਹੈ ਵੀ ਤੁਹਾਨੂੰ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ ਔਰ ਜਾਣਕਾਰੀ ਤਾਂ ਹੀ ਆ ਸਕਦੀ ਹੈ ਜੇਕਰ ਤੁਸੀਂ ਇਹਨਾਂ ਚੀਜ਼ਾਂ ਨੂੰ ਲੈ ਕੇ ਥੋੜ੍ਹੇ ਜਿਹੇ ਜਾਗਰੂਕ ਹੋਵੋਗੇ ਫਿਲਹਾਲ ਕੈਮਰਾਮੈਨ ਵਰਿੰਦਰ ਮਹਿਰਾ ਦੇ ਨਾਲ ਸੁਖਵਿੰਦਰ ਸਿੰਘ ਹਮਦਰਦ ਟੀਵੀ ਪਿੰਡ ਸੱਲੋਪੁਰ ਗੁਰਦਾਸਪੁਰ ਉਦੋਂ ਜਦੋਂ ਸ਼ੁਰੂ ਕੀਤੀ ਸੀ ਉਦੋਂ ਮਨ ਦੇ ਵਿੱਚ ਕਦੀ ਸੋਚਿਆ ਸੀ ਵੀ ਏਡਾ ਵੱਡਾ